ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਅਸੀਂ ਕੁਝ ਦਿਨ ਤੋਂ ਗੌੜੀ ਕੀ ਵਾਰ ਦੀ ਵਿਚਾਰ ਆਰੰਭ ਕੀਤੀ ਸੀ, ਜਿਸ ਦੀਆਂ 9 ਪੌੜੀਆਂ ਦੇ ਵਿਚਾਰ ਅਸੀਂ ਕੱਲ ਤੱਕ ਕਰ ਚੁੱਕੇ ਹਾਂ। ਅੱਜ 10ਵੀਂ ਪੌੜੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਇਸ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 304 ਤੇ ਅੰਕਿਤ ਹੈ। ਸ਼ਲੋਕ ਮਹਿਲਾ ਚੌਥਾ। ਸਤਿਗੁਰ ਕੀ ਸੇਵਾ ਨਿਰਮਲੀ, ਨਿਰਮਲ ਜਨ ਹੋਏ ਸੋ ਸੇਵਾ ਕਾਲੇ। ਸਤਿਗੁਰ ਕੀ ਸੇਵਾ ਦਾ ਮਤਲਬ ਸਤਿਗੁਰ ਦਾ ਜਿਹੜਾ ਦੱਸਿਆ ਹੋਇਆ ਰਾਸਤਾ ਹੈ, ਇੱਕ ਬਹੁਤ ਪਵਿੱਤਰ ਕੰਮ ਹੈ, ਪਵਿੱਤਰ ਰਾਸਤਾ ਹੈ। ਸਤਿਗੁਰ ਦੀ ਦੱਸੀ ਸੇਵਾ ਇੱਕ ਪਵਿੱਤਰ ਕੰਮ ਹੈ, ਨਿਰਮਲੀ ਪਵਿੱਤਰ ਕੰਮ। ਨਿਰਮਲ ਜਨ ਹੋਏ, ਜੋ ਮਨੁੱਖ ਨਿਰਮਲ ਹੋਏ, ਮੈਲ ਤੋਂ ਰਹਿਤ ਹੋਏ, ਜਿਸ ਮਨੁੱਖ ਦਾ ਮਨ ਮਲੀਨ ਨਹੀਂ ਹੈ, ਜਿਸ ਮਨੁੱਖ ਦਾ ਮਨ ਮੈਲ ਤੋਂ ਰਹਿਤ ਹੈ, ਉਹ ਇਹ ਸੇਵਾ ਕਰਦਾ ਹੈ, ਉਹ ਇਸ ਰਾਸਤੇ ਦੇ ਉੱਤੇ ਤੁਰਦਾ ਹੈ। ਸਤਿਗੁਰ ਦੀ ਸੇਵਾ ਦਾ ਮਤਲਬ ਜੋ ਸਤਿਗੁਰ ਦਾ ਦੱਸਿਆ ਹੋਇਆ ਰਾਸਤਾ ਹੈ, ਵੇ ਆਫ ਲਾਈਫ ਹੈ। ਸਤਿਗੁਰ ਦੀ ਸੇਵਾ ਦਾ ਮਤਲਬ ਹੈ ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਕ, ਪਰਿਵਾਰਕ, ਵਿਵਹਾਰਕ ਤੌਰ ਤੇ ਜੋ ਜ਼ਿੰਦਗੀ ਦਾ ਹਰ ਪੱਖ ਹੈ, ਉਹਨੂੰ ਗੁਰਬਾਣੀ ਦੇ ਚਾਨਣੇ ਵਿੱਚ ਬਿਤਾਣਾ, ਗੁਰਬਾਣੀ ਅਨੁਸਾਰ ਆਪਣੀ ਜ਼ਿੰਦਗੀ ਜੀਣੀ। ਸਤਿਗੁਰ ਦਾ ਦੱਸਿਆ ਹੋਇਆ ਰਾਸਤਾ ਇਹ ਨਿਰਮਲ ਹੈ, ਮੈਲ ਤੋਂ ਰਹਿਤ ਹੈ, ਤੇ ਇਸ ਰਾਸਤੇ ਤੇ ਉਹੀ ਤੁਰਦਾ ਹੈ ਜਿਸ ਤੇ ਮਨ ਦੇ ਅੰਦਰ ਮੈਲ ਨਹੀਂ, ਛਲ ਕਪਟ ਨਹੀਂ ਹੈ, ਉਹ ਇਸ ਰਾਸਤੇ ਨੂੰ ਅਪਣਾ ਲੈਂਦਾ ਹੈ। ਦੂਜੀ ਗੱਲ ਇਹ ਹੈ ਕਿ ਜੋ ਇਸ ਰਾਸਤੇ ਨੂੰ ਅਪਣਾ ਲੈਂਦਾ ਹੈ, ਉਹ ਫਿਰ ਬੰਦਾ ਛਲ ਕਪਟ ਤੋਂ, ਮੈਲ ਤੋਂ ਰਹਿਤ ਹੋ ਜਾਂਦਾ ਹੈ। ਔਰ ਅਸੀਂ ਇਸ ਬਾਰੇ ਵਿਚਾਰ ਵੀ ਕਰ ਚੁੱਕੇ ਹਾਂ ਕਿ ਅਸਲੀ ਸਤਿਗੁਰ ਦਾ ਸੇਵਕ ਹੀ ਉਹ ਹੈ ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਸੰਤੋਖ ਹੈ, ਜਿਸ ਮਨੁੱਖ ਦੇ ਜੀਵਨ ਦੇ ਅੰਦਰ ਸੱਚ ਹੈ, ਜੋ ਮੰਦੇ ਪਾਸੇ ਪੈਰ ਵੀ ਨਹੀਂ ਧਰਦਾ, ਜੋ ਹਮੇਸ਼ਾ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ, ਜੋ ਵੰਡ ਕੇ ਛਕਦਾ ਹੈ, ਜੋ ਆਪਣੀਆਂ ਲੋੜਾਂ ਨੂੰ ਸੀਮਤ ਕਰਦਾ ਹੈ ਔਰ ਰੱਬੀ ਰਜ਼ਾ ਭਾਣੇ ਦੇ ਵਿੱਚ ਜ਼ਿੰਦਗੀ ਗੁਜ਼ਾਰਦਾ ਹੈ, ਅਸਲੀ ਸੇਵਕ ਹੀ ਉਹ ਹੈ। ਤਾਂ ਗੁਰੂ ਦਾ ਦੱਸਿਆ ਹੋਇਆ ਰਾਸਤਾ ਬਹੁਤ ਨਿਰਮਲ ਹੈ, ਸਾਫ਼ ਸੁਥਰਾ ਹੈ, ਮੈਲ ਤੋਂ ਰਹਿਤ ਹੈ। ਜੋ ਇਸ ਰਾਸਤੇ ਤੇ ਚੱਲਦੇ ਨੇ ਉਹ ਵੀ ਮੈਲ ਤੋਂ ਰਹਿਤ ਨੇ, ਉਹਨਾਂ ਦੇ ਮਨ ਵਿੱਚ ਵੀ ਛਲ ਕਪਟ ਔਰ ਮੈਲ ਨਹੀਂ ਹੈ। ਇਸ ਲਈ ਜਦੋਂ ਅਸੀਂ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਹਾਂ, ਤਾਂ ਸਿੱਖ ਅਖਵਾਉਣ ਵਾਲੇ ਵੀਰ ਭੈਣ ਦਾ, ਹਰ ਸ਼ਖਸ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੀ ਜ਼ਿੰਦਗੀ ਵੱਲ ਖਾਸ ਧਿਆਨ ਦੇਵੇ, ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਜੀਣ ਦਾ ਯਤਨ ਕਰੇ, ਜਿਸ ਕਰਕੇ ਉਹਦੇ ਜੀਵਨ ਦੇ ਅੰਦਰ ਕੋਈ ਧੱਬਾ ਨਾ ਹੋਵੇ ਔਰ ਉਹ ਰੋਲ ਮਾਡਲ ਬਣ ਕੇ ਦੂਜਿਆਂ ਨੂੰ ਵੀ ਜਿਹੜਾ ਹੈ ਇਸ ਸੰਸਾਰ ਵਿੱਚ ਗੁਰਮਤਿ ਆਸ਼ੇ ਅਨੁਸਾਰ ਜੀਣ ਦੀ ਪ੍ਰੇਰਨਾ ਦੇ ਸਕੇ ਜਾਂ ਪ੍ਰੇਰਨਾ ਸਰੋਤ ਬਣ ਸਕੇ। ਜਿਨ ਅੰਦਰ ਕਪਟ, ਵਿਕਾਰ, ਝੂਠ, ਕੁਝ ਲੋਕ ਐਸੇ ਨੇ ਜਿਨ੍ਹਾਂ ਦੇ ਅੰਦਰ ਛਲ ਹੈ, ਕਪਟ ਹੈ। ਜਿਨ ਅੰਦਰ ਕਪਟ, ਵਿਕਾਰ, ਝੂਠ, ਉਹ ਆਪੇ ਸੱਚੈ ਵਖ ਕੱਢੇ ਜਜਮਾਲੇ। ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਧੋਖਾ ਹੈ, ਵਿਕਾਰ ਹੈ, ਝੂਠ ਹੈ, ਫਰੇਬ ਹੈ, ਸੱਚੇ ਪ੍ਰਭੂ ਨੇ ਆਪ ਹੀ ਉਹਨਾਂ ਕੋੜਿਆਂ ਨੂੰ ਵੱਖ ਕਰ ਦਿੱਤਾ ਹੈ। ਜਜਮਾਲੇ ਦਾ ਮਤਲਬ ਕੋੜੀ ਬੰਦੇ, ਜਜਮਾਲੇ ਦਾ ਮਤਲਬ ਜਜ਼ਾਮ ਵਾਲ, ਜਜ਼ਾਮੀ, ਕੋੜੀ। ਜਿਵੇਂ ਅਸੀਂ ਕਹਿ ਦਿੰਦੇ ਨਾ ਫਲਾਂ ਬੰਦਾ ਕੋੜਾ ਹੈ। ਹੁਣ ਕੋੜੇ ਬੰਦੇ ਦੇ ਅੰਦਰ ਇੱਕ ਤਾਂ ਉਹਨੂੰ ਦਰਦ ਹੁੰਦੀ ਹੈ, ਉਹਦੇ ਸਰੀਰ ਦੇ ਉੱਤੇ ਖਾਰਿਸ਼ ਹੈ, ਉਹਦਾ ਛੂਤ ਦਾ ਰੋਗ ਹੈ, ਹਰ ਵੇਲੇ ਉਹਦੀ ਚਮੜੀ ਆਕੜੀ ਹੋਈ ਹੈ, ਹਰ ਵੇਲੇ ਦੁਖੀ ਹੈ, ਉਹਦੇ ਸਰੀਰ ਚ ਲਹੂ ਪਾਕ ਆਦਿਕ ਵਗਦਾ ਰਹਿੰਦਾ, ਕਿੰਨਾ ਦੁਖੀ ਹੁੰਦਾ। ਇਸੇ ਤਰ੍ਹਾਂ ਉਸ ਬੰਦੇ ਨੂੰ ਵੀ ਕੋੜਾ ਕਹਿ ਰਹੇ ਨੇ ਜਿਸ ਮਨੁੱਖ ਦੇ ਅੰਦਰ ਝੂਠ ਹੈ, ਫਰੇਬ ਹੈ। ਇੱਕ ਤੇ ਉਹ ਹਰ ਵੇਲੇ ਆਪ ਦੁਖੀ ਹੈ, ਤੇ ਦੂਜਾ ਉਸ ਕੋਲੋਂ ਵਿਕਾਰਾਂ ਦੀ ਦੁਰਗੰਧ ਹਰ ਵਕਤ ਉੱਠ ਰਹੀ ਹੈ, ਤੇ ਤੀਜਾ ਜੋ ਉਸ ਦਾ ਸੰਗ ਕਰੇਗਾ ਉਸ ਦੇ ਅੰਦਰ ਵੀ ਉਹ ਵਿਕਾਰ ਪੈਦਾ ਹੋ ਜਾਣ ਦੀ ਸੰਭਾਵਨਾ ਬਣੀ ਰਹੇਗੀ।
ਇਸੇ ਕਰਕੇ ਸੁਚੇਤ ਕੀਤਾ ਜਾਂਦਾ ਹੈ ਕਿ ਸਾਖਤ ਸੰਗ ਨਾ ਕੀਜੀਏ, ਦੂਰੇ ਜਾਈਏ ਭਾਗ। ਤਾਂ ਸਤਿਗੁਰ ਦਾ ਜੋ ਰਾਸਤਾ ਹੈ ਜੀਵਨ ਦਾ, ਉਹ ਬਿਲਕੁਲ ਪਾਵਨ, ਪਵਿੱਤਰ, ਨਿਰਮਲ ਸੋਚ ਵਾਲਾ ਹੈ। ਜੋ ਨਿਰਮਲ ਸੋਚ ਵਾਲੇ ਨੇ ਉਹ ਗੁਰੂ ਦੇ ਰਾਹਾਂ ਤੇ ਤੁਰਦੇ ਨੇ। ਲੇਕਿਨ ਕੁਝ ਲੋਕ ਐਸੇ ਨੇ ਜੋ ਵਿੱਚ ਆ ਤੇ ਰਲਦੇ ਨੇ, ਬਾਹਰਲੀ ਵੇਸ਼ ਭੂਸ਼ਾ ਸਿੱਖ ਵਾਲੀ ਬਣਾ ਲੈਂਦੇ ਨੇ, ਲੇਕਿਨ ਅੰਦਰ ਕਪਟ ਹੈ, ਅੰਦਰ ਵਿਕਾਰ ਨੇ, ਅੰਦਰ ਝੂਠ ਹੈ। ਤਾਂ ਗੁਰੂ ਜੀ ਕਹਿੰਦੇ ਨੇ ਸੱਚੇ ਪ੍ਰਭੂ ਨੇ ਐਸੇ ਕੋੜੀਆਂ ਨੂੰ ਆਪ ਹੀ ਵੱਖ ਕਰ ਦਿੱਤਾ ਹੈ। ਯਾਨੀ ਉਹਨਾਂ ਦੇ ਵਿਹਾਰ ਤੋਂ ਸਮਝ ਆ ਜਾਂਦੀ ਹੈ ਔਰ ਉਹ ਸਿੱਖ ਦੇ ਨਾਲ ਮਿਲ ਕੇ ਗੁਰੂ ਦੇ ਦੱਸੇ ਰਾਹ ਤੇ ਤੁਰ ਨਹੀਂ ਪਾਉਂਦੇ। ਆਟੋਮੈਟਿਕਲੀ ਉਹ ਵੱਖ ਹੋ ਜਾਂਦੇ, ਉਹਨਾਂ ਦੀ ਬਣ ਆਏਗੀ ਨਹੀਂ। ਭਗਤਾਂ ਤੈਸੈ ਸਾਰੀਆਂ ਜੋੜ ਕਦੇ ਨਾ ਆਇਆ। ਸੱਚੇ ਔਰ ਝੂਠੇ ਮਨੁੱਖ ਦਾ ਜੋੜ ਕਦੇ ਬਣਦਾ ਹੀ ਨਹੀਂ, ਕਿਉਂਕਿ ਵਿਹਾਰ ਤੋਂ ਪਰਖਿਆ ਜਾਂਦਾ। ਗੁਰੂ ਜੀ ਨੇ ਪਾਵਨ ਬਾਣੀ ਵਿੱਚ ਹੋਰ ਥਾਂ ਤੇ ਮਿਸਾਲ ਵੀ ਦਿੱਤੀ ਹੈ ਹੰਸਾਂ ਦੀ ਔਰ ਬਗਲਿਆਂ ਦੀ, ਕਿ ਕਿਤੇ ਹੰਸਾਂ ਦਾ ਇਕੱਠ ਹੋਵੇ ਤੇ ਉਹਨਾਂ ਦੇ ਵਿੱਚ ਕੋਈ ਬਗਲਾ ਵੀ ਜਾ ਬੈਠੇ, ਤਾਂ ਹੁਣ ਬਗਲੇ ਦੇ ਖੰਭ ਵੀ ਚਿੱਟੇ ਨੇ, ਹੰਸਾਂ ਦੇ ਵੀ ਚਿੱਟੇ ਨੇ, ਪਾਣੀ ਵਿੱਚ ਬਗਲੇ ਬੈਠੇ ਨੇ, ਪਾਣੀ ਵਿੱਚ ਹੰਸ ਬੈਠੇ ਨੇ, ਔਰ ਬਗਲਾ ਜਿਹੜਾ ਹੈ ਸਗੋਂ ਜ਼ਿਆਦਾ ਸਾਵਧਾਨ ਹੋ ਕੇ ਬੈਠਾ ਹੈ, ਹਿਲਜੁਲ ਵੀ ਨਹੀਂ ਰਿਹਾ, ਅੱਖਾਂ ਵੀ ਅੱਧੀਆਂ ਬੰਦ ਨੇ, ਤੇ ਇੰਜ ਜਾਪਦਾ ਹੈ ਕਿ ਜਿਵੇਂ ਬੜਾ ਵੱਡਾ ਭਗਤ ਹੈ। ਪਰ ਹੰਸਾਂ ਦੀ ਔਰ ਬਗਲਿਆਂ ਦੀ ਪਛਾਣ ਉਦੋਂ ਹੋ ਜਾਂਦੀ ਹੈ, ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੱਡਾਂ ਭਾਲਣ ਜਾਵੇ। ਹੰਸਾਂ ਦੀ ਖੁਰਾਕ ਹੋਰ ਹੈ, ਬਗਲਿਆਂ ਦੀ ਖੁਰਾਕ ਹੋਰ ਹੈ। ਇਸੇ ਤਰ੍ਹਾਂ ਜੋ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਗੁਰਸਿੱਖ ਹੈ, ਉਹਦੀ ਖੁਰਾਕ ਹੋਰ ਹੈ। ਉਹਨੇ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ ਆਦਿਕ ਸ਼ੁਭ ਗੁਣਾਂ ਦੇ ਨਾਲ ਜੀਣਾ ਹੈ, ਸੱਚਾਈ ਦੇ ਰਾਹ ਤੇ ਤੁਰਨਾ ਹੈ। ਲੇਕਿਨ ਜਿਹੜਾ ਬਨਾਵਟੀ ਬੰਦਾ ਹੈ, ਜਿਸ ਦੇ ਅੰਦਰ ਛਲ ਕਪਟ ਹੈ, ਉਹਦੇ ਅੰਦਰ ਲੋਭ, ਈਰਖਾ, ਦਵੈਸ਼, ਵੈਰ, ਵਿਰੋਧ ਹੈ, ਤਾਂ ਉਹਨਾਂ ਦਾ ਕਦੇ ਜੋੜ ਨਹੀਂ ਹੋਣਾ। ਪ੍ਰਭੂ ਨੇ ਉਹਨਾਂ ਨੂੰ ਆਪ ਹੀ ਐਸੇ ਕੋੜੀਆਂ ਨੂੰ ਵੱਖ ਕਰ ਦਿੱਤਾ ਹੈ, ਭਾਵ ਕਿ ਉਹਨਾਂ ਦਾ ਮੇਲ ਜਿਹੜਾ ਹੈ ਉਹ ਬਣਦਾ ਨਹੀਂ। ਉਹ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਨਹੀਂ ਸਕਦੇ, ਜਿਨ੍ਹਾਂ ਦੇ ਅੰਦਰ ਝੂਠ, ਕਪਟ, ਛਲ ਔਰ ਫਰੇਬ ਹੁੰਦਾ ਹੈ। ਸਚਿਆਰ ਸਿੱਖ ਬਹਿ ਸਤਿਗੁਰ ਪਾਸ ਘਾਲਨ, ਕੂੜਿਆਰ ਨਾ ਲੱਭਣੀ ਕਿਤੇ ਥਾਂ ਭਾਲੇ। ਭਾਲੇ ਦਾ ਮਤਲਬ ਲੱਭੇ। ਜੋ ਸਚਿਆਰ ਸਿੱਖ ਨੇ, ਸਚਿਆਰ ਦਾ ਮਤਲਬ ਸੱਚ ਦੇ ਵਪਾਰੀ ਨੇ, ਜੋ ਮਨ, ਬਚਨ, ਕਰਮ ਕਰਕੇ ਸੱਚੇ ਨੇ, ਜਿਨ੍ਹਾਂ ਦੀ ਸੋਚ ਸੱਚੀ, ਬੋਲ ਬਾਣੀ ਸੱਚੀ, ਜਿਨ੍ਹਾਂ ਦਾ ਬਿਹੇਵੀਅਰ ਸੱਚਾ ਹੈ, ਸੱਚ ਦੇ ਵਪਾਰੀ ਬਹਿ ਸਤਿਗੁਰ ਪਾਸ ਘਾਲਨ, ਗੁਰੂ ਦੇ ਕੋਲ ਬਹਿ ਕੇ ਸੇਵਾ ਕਰਦੇ ਨੇ। ਬਹਿ ਕੇ ਦਾ ਮਤਲਬ ਟਿਕ ਕੇ। ਉਹਨਾਂ ਦਾ ਮਨ ਗੁਰੂ ਸ਼ਬਦ ਵਿੱਚ, ਗੁਰੂ ਉਪਦੇਸ਼ ਵਿੱਚ ਟਿਕ ਜਾਂਦਾ ਹੈ। ਉਹ ਆਪਣੀ ਸੁਰਤੀ ਬਿਰਤੀ ਨੂੰ, ਆਪਣੀ ਲਿਵ ਨੂੰ ਗੁਰੂ ਦੇ ਸਿਧਾਂਤ ਦੇ ਨਾਲ ਲਗਾ ਲੈਂਦੇ ਨੇ। ਇਸੇ ਨੂੰ ਕਹਿੰਦੇ ਨੇ ਬਹਿਣਾ, ਟਿਕਣਾ। ਉਹਨਾਂ ਦਾ ਮਨ ਟਿਕ ਜਾਂਦਾ ਹੈ, ਉਹਨਾਂ ਦਾ ਮਨ ਗੁਰੂ ਦੀ ਮੱਤ ਤੇ, ਗੁਰੂ ਦੇ ਸਿਧਾਂਤ ਤੇ ਮੰਨ ਜਾਂਦਾ ਹੈ, ਔਰ ਗੁਰੂ ਚਰਨਾਂ ਵਿੱਚ ਟਿਕੇ ਹੋਏ, ਉਸ ਰਾਸਤੇ ਦੇ ਉੱਤੇ ਚੱਲਦੇ ਹੋਏ ਘਾਲਣਾ ਘਾਲਦੇ ਨੇ, ਸੱਚ ਦੀ, ਸੰਤੋਖ ਦੀ, ਦਇਆ ਦੀ ਆਪਣੀ ਜ਼ਿੰਦਗੀ ਜੀਂਦੇ ਨੇ, ਔਰ ਉਸ ਘਾਲਣਾ ਨੂੰ ਘਾਲਦੇ ਨੇ, ਸੱਚਾਈ ਵਾਲੀ ਨੂੰ, ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲੀ ਘਾਲਣਾ ਘਾਲਦੇ ਨੇ, ਜ਼ਿੰਦਗੀ ਜੀਂਦੇ ਨੇ, ਗੁਰੂ ਦੇ ਚਰਨਾਂ ਵਿੱਚ ਹਮੇਸ਼ਾ ਟਿਕੇ ਰਹਿੰਦੇ ਨੇ। ਕੂੜਿਆਰ ਨਾ ਲੱਭਣੀ ਕਿਤੇ ਥਾਂ ਭਾਲੇ। ਤੇ ਜਿਹੜੇ ਕੂੜ ਦੇ ਵਪਾਰੀ ਨੇ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਸੱਚ ਨਹੀਂ, ਜਿਨ੍ਹਾਂ ਦੀ ਸੋਚ ਸੱਚੀ ਨਹੀਂ, ਜਿਨ੍ਹਾਂ ਦੇ ਬੋਲ ਬਾਣੀ ਸੱਚੀ ਨਹੀਂ, ਜਿਨ੍ਹਾਂ ਦਾ ਬਿਹੇਵੀਅਰ ਚੰਗਾ ਨਹੀਂ, ਉਹ ਕਿਤੇ ਲੱਭਿਆ ਵੀ ਨਹੀਂ ਲੱਭਦੇ ਗੁਰੂ ਦੀ ਹਜ਼ੂਰੀ ਵਿੱਚ। ਉਹਨਾਂ ਨੂੰ ਗੁਰੂ ਦੇ ਰਾਸਤੇ ਤੇ ਲੱਭੋਗੇ, ਉਹ ਲੱਭਣਗੇ ਨਹੀਂ, ਕਿਉਂਕਿ ਉੱਥੇ ਹੀ ਲੱਭਣਗੇ ਜਿੱਥੇ ਝੂਠ ਹੋਏਗਾ, ਫਰੇਬ ਹੋਏਗਾ। ਉਹ ਇਸ ਰਾਸਤੇ ਨੂੰ ਛੱਡ ਜਾਣਗੇ। ਗੁਰੂ ਦੇ ਚਰਨਾਂ ਵਿੱਚ ਐਸੇ ਲੱਭਿਆ ਵੀ ਨਹੀਂ ਲੱਭਦੇ, ਔਰ ਉਹ ਟਿਕ ਨਹੀਂ ਪਾਉਂਦੇ। ਆਖਿਰ ਉਹ ਉਸ ਰਾਸਤੇ ਨੂੰ ਛੱਡ ਜਾਂਦੇ ਨੇ, ਕਿਉਂਕਿ ਉਹਨਾਂ ਦਾ ਮਕਸਦ ਹੀ ਨਹੀਂ ਹੈ। ਜਿਵੇਂ ਬਹੁਤ ਸਾਰੀਆਂ ਮਿਸਾਲਾਂ ਨੇ ਕਿ ਕਿੰਨੇ ਸਾਰੇ ਲੋਕ ਨੇ ਜੋ ਛੱਡ ਕੇ ਚਲੇ ਗਏ। ਜਿਵੇਂ ਅਸੀਂ ਦੁਨੀ ਚੰਦ ਦੀ ਗੱਲ ਕਰ ਸਕਦੇ ਹਾਂ। ਜਿਵੇਂ ਹੁਣ ਗੰਗੂ ਹੈ, ਤਾਂ ਕਿਸ ਕਦਰ ਉਹ ਆਪਣਾ ਵੈਰ ਕਮਾ ਰਿਹਾ ਹੈ, ਛਲ ਕਮਾ ਰਿਹਾ ਹੈ। ਭਾਲਿਆ ਵੀ ਨਹੀਂ, ਲੱਭਿਆ ਵੀ ਨਹੀਂ ਲੱਭਦੇ। ਜਿੱਥੇ ਕਿਤੇ ਕੁਰਬਾਨੀ ਕਰਨੀ ਪੈਂਦੀ ਹੈ, ਤਾਂ ਉੱਥੇ ਤਾਂ ਫਿਰ ਭਾਈ ਮਤੀ ਦਾਸ, ਭਾਈ ਸਤੀ ਦਾਸ ਵਰਗੇ ਹੀ ਟਿਕਦੇ ਨੇ ਨਾ, ਭਾਈ ਦਿਆਲੇ ਵਰਗੇ ਹੀ ਟਿਕਦੇ ਨੇ। ਜਿੱਥੇ ਕਿਤੇ ਬੱਚਿਆਂ ਦੇ ਟੁਕੜੇ ਟੁਕੜੇ ਗਲੇ 'ਚ ਹਾਰ ਬਣਵਾ ਕੇ ਪਵਾ ਕੇ ਸਿੱਖੀ ਨਿਭਾਣੀ ਹੋਵੇ, ਉੱਥੇ ਤਾਂ ਫਿਰ ਉਹ ਨੌਜਵਾਨ ਧੀਆਂ ਪੈਣਾ ਹੀ ਟਿਕਦੀਆਂ ਨੇ। ਜਿੱਥੇ ਕਿਤੇ ਮੌਕਾ ਬਣਦਾ ਹੈ ਕਿ ਚਰਖੜੀ ਤੇ ਚੜ੍ਹਨਾ ਪੈਣਾ ਹੈ ਜਾਂ ਸਿੱਖੀ ਛੱਡਣੀ ਪੈਣੀ ਹੈ, ਫਿਰ ਉੱਥੇ ਕੋਈ ਭਾਈ ਤਾਰੂ ਸਿੰਘ ਵਰਗੇ
ਹੀ ਟਿਕਦੇ ਨੇ ਨਾ, ਜਿਹੜੇ ਆਪਣੀ ਖੋਪਰੀ ਵੀ ਲਵਾ ਲੈਂਦੇ, ਤਾਂ ਕੂੜਿਆਰ ਫਿਰ ਲੱਭਿਆ ਵੀ ਨਹੀਂ ਲੱਭਦੇ। ਇਸ ਰਾਸਤੇ ਦੇ ਉੱਤੇ ਕੂੜਿਆਰ ਨਹੀਂ ਚੱਲਦੇ। ਸਚਿਆਰ ਸਿੱਖ ਗੁਰੂ ਦੇ ਚਰਨਾਂ ਵਿੱਚ ਟਿਕੇ ਰਹਿੰਦੇ ਨੇ, ਉਹ ਆਪਣੀ ਜ਼ਿੰਦਗੀ ਜੀਵੀ ਜਾਂਦੇ ਨੇ, ਘਾਲਣਾ ਘਾਲਦੇ ਨੇ। ਜੋ ਕੂੜਿਆਰ ਨੇ ਉਹ ਉੱਥੇ ਲੱਭਿਆ ਵੀ ਨਹੀਂ ਲੱਭਦੇ, ਉਹ ਫਿਰ ਕਿਤੇ ਬਾਬਿਆਂ ਵੱਲ, ਮੜੀਆਂ ਵੱਲ, ਕਬਰਾਂ ਵੱਲ, ਝੂਠ ਫਰੇਬਾਂ ਵੱਲ, ਉਸ ਜ਼ਿੰਦਗੀ ਵਾਲੇ ਪਾਸੇ ਪਰਤ ਜਾਂਦੇ ਨੇ। ਜਿੰਨਾ ਸਤਿਗੁਰ ਕਾ ਆਖਿਆ ਸੁਖਾਵੇ ਨਾਹੀਂ। ਸੁਖਾਵੇ ਦਾ ਮਤਲਬ ਜਿਨ੍ਹਾਂ ਨੂੰ ਚੰਗਾ ਨਹੀਂ ਲੱਗਦਾ, ਸੁਖਾਂਦਾ ਨਹੀਂ। ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰ ਦੇ ਬਚਨ ਚੰਗੇ ਨਹੀਂ ਲੱਗਦੇ, ਸਤਿਗੁਰ ਦੇ ਬਚਨ, ਸਤਿਗੁਰ ਦੀ ਬਾਣੀ, ਗੁਰੂ ਦੀ ਫਿਲਾਸਫੀ, ਗੁਰੂ ਦੀ ਵਿਚਾਰਧਾਰਾ, ਗੁਰੂ ਦਾ ਦਿੱਤਾ ਹੋਇਆ ਵੇ ਆਫ ਲਾਈਫ, ਗੁਰੂ ਦਾ ਗਿਆਨ, ਜਿਨ੍ਹਾਂ ਨੂੰ ਚੰਗਾ ਹੀ ਨਹੀਂ ਲੱਗਦਾ, ਉਹਨਾਂ ਦੀ ਹਾਲਾਤ ਕੀ ਹੈ? ਤਿਨਾ ਮੂੰਹ ਭਲੇਰੇ ਫਿਰੇ ਦਈ ਗਾਲੇ। ਇਹਨੂੰ ਫਿਰੇ ਨੂੰ ਬਿੰਦੀ ਲਗਾ ਕੇ ਪੜਾਂਗੇ, ਫਿਰਹਿ। ਤਿਨਾ ਦਾ ਮਤਲਬ ਉਹਨਾਂ ਦੇ, ਤੇ ਭਲੇਰੇ ਸ਼ਬਦ ਦਾ ਮਤਲਬ ਇੱਥੇ ਹੈ ਭ੍ਰਿਸ਼ਟੇ ਹੋਏ। ਭਲੇਰੇ ਭਲੇ ਨੂੰ ਵੀ ਕਹਿੰਦੇ ਨੇ, ਤੇ ਭਲੇਰੇ ਦਾ ਮਤਲਬ ਭ੍ਰਿਸ਼ਟੇ ਹੋਏ ਵੀ ਹੁੰਦੇ ਨੇ। ਇੱਥੇ ਭਲੇਰੇ ਦਾ ਮਤਲਬ ਹੈ ਭ੍ਰਿਸ਼ਟੇ ਹੋਏ। ਦਈ ਦਾ ਮਤਲਬ ਰੱਬ ਨੇ, ਗਾਲੇ ਦਾ ਮਤਲਬ ਗਾਲ ਦਿੱਤਾ ਹੈ, ਯਾਨੀ ਉਹ ਗਲੇ ਹੋਏ ਜੀਵਨ ਵਾਲੇ ਨੇ, ਫਿਟਕਾਰੇ ਹੋਏ। ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰ ਦੇ ਬਚਨ ਚੰਗੇ ਨਹੀਂ ਲੱਗਦੇ, ਤਿਨਾਂ ਮੂੰਹ ਭਲੇਰੇ, ਉਹਨਾਂ ਦੇ ਮੂੰਹ ਭ੍ਰਿਸ਼ਟੇ ਹੋਏ ਹੁੰਦੇ ਨੇ। ਔਰ ਫਿਰੇ ਦਈ ਗਾਲੇ, ਉਹ ਖਸਮ ਵੱਲੋਂ ਫਿਟਕਾਰੇ ਹੋਏ ਫਿਰਦੇ। ਫਿਟਕਾਰੇ ਹੋਏ ਦਾ ਮਤਲਬ ਉਹਨਾਂ ਦੀ ਰੱਬ ਦੇ ਨਾਲ ਤਾਲਮੇਲ ਨਹੀਂ ਬਣਦਾ, ਉਹ ਰੱਬੀ ਗੁਣਾਂ ਦੇ ਨਾਲ ਨਹੀਂ ਜੁੜਦੇ, ਉਹ ਰੱਬੀ ਰਜ਼ਾ ਦੇ ਵਿੱਚ ਨਹੀਂ ਤੁਰਦੇ, ਔਰ ਉਹਨਾਂ ਦੇ ਮੂੰਹ ਭ੍ਰਿਸ਼ਟੇ ਹੋਏ ਨੇ। ਭਾਵ ਉਹਨਾਂ ਨੂੰ ਕਿਤੇ ਮਾਣ, ਆਦਰ ਔਰ ਸਤਿਕਾਰ ਨਹੀਂ ਮਿਲਦਾ, ਉਹਨਾਂ ਦੇ ਚਿਹਰੇ ਤੇ ਖੁਸ਼ੀ ਵੀ ਨਹੀਂ ਹੈ, ਉਹਨਾਂ ਦੇ ਚਿਹਰੇ ਤੇ ਖੇੜਾ ਵੀ ਨਹੀਂ ਹੈ। ਔਰ ਹਕੀਕਤ ਹੈ ਕਿ ਜੋ ਕੁਛ ਬੰਦੇ ਦੇ ਅੰਦਰ ਹੁੰਦਾ ਹੈ ਨਾ, ਉਹ ਬੰਦੇ ਦੇ ਚਿਹਰੇ ਤੋਂ ਪ੍ਰਗਟ ਹੋ ਹੀ ਜਾਂਦਾ ਹੈ, ਲੱਖ ਛੁਪਾਇਆ ਵੀ ਨਹੀਂ ਛਿਪਦਾ। ਸਾਡੇ ਅੰਦਰ ਚਿੰਤਾ ਹੋਏ ਨਾ, ਤਾਂ ਉਹ ਸਾਡੇ ਮਸਤਕ ਤੋਂ, ਸਾਡੇ ਚਿਹਰੇ ਤੋਂ, ਹਾਵ ਭਾਵ ਤੋਂ, ਅੱਖਾਂ ਤੋਂ ਦਿਸ ਪੈਂਦੀ ਹੈ। ਤੇ ਕੋਈ ਨਾ ਕੋਈ ਸਾਡਾ ਸੱਜਣ ਮਿੱਤਰ ਪੁੱਛ ਪੈਂਦਾ ਹੈ ਵੀ ਕੀ ਗੱਲ, ਅੱਜ ਕੋਈ ਪਰੇਸ਼ਾਨੀ? ਪਰੇਸ਼ਾਨ ਹੋ, ਕਿਉਂਕਿ ਪਰੇਸ਼ਾਨੀ ਬੇਸ਼ੱਕ ਦਿਮਾਗ ਵਿੱਚ ਹੈ, ਮਨ ਵਿੱਚ ਹੈ, ਲੇਕਿਨ ਉਹਦੇ ਹਾਵ ਭਾਵ, ਚਿਹਰੇ ਤੋਂ, ਸਾਡੇ ਬੋਲ ਚਾਲ, ਬਿਹੇਵ ਤੋਂ ਪ੍ਰਗਟ ਹੋ ਜਾਂਦੇ। ਤੇ ਜੇ ਕੋਈ ਖੁਸ਼ੀ ਹੋਈ ਨਾ, ਖੁਸ਼ੀ ਦਿਮਾਗ ਅੰਦਰ ਹੁੰਦੀ ਹੈ, ਮਨ ਅੰਦਰ ਹੁੰਦੀ ਹੈ, ਲੇਕਿਨ ਅੰਦਰਲੀ ਖੁਸ਼ੀ ਸਾਡੇ ਚਿਹਰੇ ਤੋਂ, ਸਾਡੇ ਹਾਵ ਭਾਵ ਤੋਂ, ਬਿਹੇਵੀਅਰ ਤੋਂ ਪ੍ਰਗਟ ਹੋ ਜਾਂਦੀ ਹੈ। ਤੇ ਕੋਈ ਸਾਡਾ ਸੱਜਣ ਮਿੱਤਰ ਪੁੱਛ ਲੈਂਦਾ ਵੀ ਅੱਜ ਬੜਾ ਖੁਸ਼ ਪ੍ਰਤੀਤ ਹੋ ਰਿਹਾ, ਅੱਜ ਤੱਕ ਖੁਸ਼ ਲੱਗ ਰਿਹਾ, ਕਿਉਂਕਿ ਚਿਹਰਾ ਸਾਡਾ ਸਭ ਕੁਝ ਬਿਆਨ ਕਰਦਾ ਹੈ। ਇਸੇ ਤਰ੍ਹਾਂ ਜਿਨ੍ਹਾਂ ਨੂੰ ਗੁਰੂ ਦੇ ਬਚਨ ਸੁਖਾਉਂਦੇ ਨਹੀਂ, ਸੱਚ ਚੰਗਾ ਨਹੀਂ ਲੱਗਦਾ, ਸੱਚੀ ਜ਼ਿੰਦਗੀ ਜੀਣਾ ਨਹੀਂ ਚਾਹੁੰਦੇ, ਉਹਨਾਂ ਦੇ ਚਿਹਰੇ ਭ੍ਰਿਸ਼ਟੇ ਹੋਏ ਨੇ, ਉਹਨਾਂ ਦੇ ਚਿਹਰੇ ਤੋਂ ਹੀ ਪਤਾ ਲੱਗ ਜਾਂਦਾ ਹੈ। ਔਰ ਰੱਬ ਵੱਲੋਂ ਗਾਲੇ ਹੋਏ ਨੇ, ਭ੍ਰਿਸ਼ਟੇ ਹੋਏ ਨੇ, ਸੱਚ ਵੱਲੋਂ ਟੁੱਟੇ ਹੋਏ ਨੇ, ਐਸੀ ਉਹਨਾਂ ਦੀ ਜ਼ਿੰਦਗੀ ਹੁੰਦੀ ਹੈ। ਜਿਨ ਅੰਦਰ ਪ੍ਰੀਤ ਨਹੀਂ ਹਰ ਕੇਰੀ, ਸੇ ਕਿਚਰਕ ਵੇਰਾਈਨ ਮਨੁੱਖ ਬੇਤਾਲੇ। ਬੇਤਾਲੇ ਦਾ ਮਤਲਬ ਭੂਤ ਨੇ, ਕਿਚਰਕ ਦਾ ਮਤਲਬ ਹੈ ਕਿੰਨਾ ਕੁ ਚਿਰ, ਵੇਰਾਈਨ ਦਾ ਮਤਲਬ ਵਰਾਏ ਜਾ ਸਕਦੇ ਨੇ। ਅਸੀਂ ਕਹਿੰਦੇ ਨਾ ਵੀ ਆ ਬੱਚਾ ਰੋਂਦਾ, ਇਹਨੂੰ ਤੁਸੀਂ ਵਰਾ ਲਓ, ਕੋਈ ਕਹਿੰਦੇ ਨੇ ਵਿਰਚਾ ਲਓ, ਵਰਚਾ ਲਓ, ਕਈ ਕਹਿੰਦੇ ਨੇ ਵਰਾ ਲਓ। ਵਰਾਣਾ ਜਾਂ ਵਰਚਾਣਾ, ਇੱਥੇ ਸ਼ਬਦ ਵਰਤਿਆ ਜਾ ਰਿਹਾ ਹੈ ਵੇਰਾਈਨ। ਕਿਚਰਕ ਦਾ ਮਤਲਬ ਕਿੰਨਾ ਚਿਰ, ਵੇਰਾਈਨ ਦਾ ਮਤਲਬ ਵਿਰਚਾਏ ਜਾ ਸਕਦੇ ਨੇ, ਬੇਤਾਲ ਦਾ ਮਤਲਬ, ਬੇਤਾਲੇ ਦਾ ਮਤਲਬ ਭੂਤ ਨੇ। ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਨਹੀਂ, ਜਿਨ ਅੰਦਰ ਪ੍ਰੀਤ ਨਹੀਂ ਹਰ ਕੇਰੀ, ਜਿਨ੍ਹਾਂ ਦੇ ਹਿਰਦੇ ਵਿੱਚ ਯਾਨੀ ਮੈਂਟੈਲਿਟੀ ਵਿੱਚ, ਸੋਚ ਵਿੱਚ ਰੱਬ ਦੀ ਪ੍ਰੀਤ ਨਹੀਂ, ਯਾਨੀ ਰੱਬੀ ਗੁਣਾਂ ਦੀ ਪ੍ਰੀਤ ਨਹੀਂ, ਜੋ ਰੱਬੀ ਰਜ਼ਾ ਵਿੱਚ ਨਹੀਂ ਤੁਰਦੇ, ਜਿਨ੍ਹਾਂ ਦੇ ਅੰਦਰ ਰੱਬੀ ਗੁਣਾਂ ਦੀ ਪ੍ਰੀਤ ਨਹੀਂ ਹੈ, ਸੇ ਕਿਚਰਕ ਵੇਰਾਈਨ, ਉਹਨਾਂ ਨੂੰ ਕਿੰਨਾ ਕੁ ਚਿਰ ਧੀਰਜ ਦਿੱਤੀ ਜਾ ਸਕਦੀ ਹੈ, ਯਾਨੀ ਉਹ ਕਿੰਨਾ ਕੁ ਚਿਰ ਧੀਰਜ ਧਾਰ ਸਕਦੇ ਨੇ। ਆਖਿਰ ਉਹਨਾਂ ਦੇ ਜੀਵਨ ਵਿੱਚ ਖੁਸ਼ੀ ਰਹੇਗੀ ਨਹੀਂ, ਕਿੰਨਾ ਕੁ ਚਿਰ ਵਰਾਓਗੇ ਉਹਨਾਂ ਨੂੰ? ਉਹ ਆਪਣੇ ਆਪ ਨੂੰ ਕਿੰਨਾ ਕੁ ਚਿਰ ਵਰਾ ਲੈਣਗੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨਾਲ? ਥੋੜੀ ਬਹੁਤੀ ਦੇਰ ਖੁਸ਼ੀ ਮਾਣ ਲੈਣਗੇ, ਆਖਿਰ ਉਹਨਾਂ ਦੀ ਜ਼ਿੰਦਗੀ ਤਾਂ ਬਰਬਾਦ ਹੋਏਗੀ ਹੋਈ। ਗੁਰੂ ਜੀ ਕਹਿੰਦੇ ਨੇ ਉਹ ਮਨ ਦੇ ਪਿੱਛੇ ਤੁਰਨ ਵਾਲੇ ਮੁਰੀਦ, ਮਨ ਦੇ ਮੁਰੀਦ ਭੂਤਨੇ ਨੇ ਔਰ ਭਟਕ ਰਹੇ ਨੇ। ਹੁਣ ਉਹਨਾਂ ਨੂੰ ਭੂਤਨੇ ਕਹਿ ਰਹੇ ਨੇ ਜਿਨ੍ਹਾਂ ਨੂੰ ਗੁਰੂ ਦੇ ਬਚਨ ਚੰਗੇ ਨਹੀਂ ਲੱਗਦੇ, ਜਿਨ੍ਹਾਂ ਦੇ ਅੰਦਰ ਸੱਚਾਈ ਨਹੀਂ, ਜਿਨ੍ਹਾਂ ਦੇ ਅੰਦਰ ਪ੍ਰਭੂ ਦੀ ਪ੍ਰੀਤ ਨਹੀਂ ਹੈ, ਉਹ ਲੋਕ ਭੂਤਨੇ ਨੇ।
ਔਰ ਉਹ ਭਟਕ ਰਹੇ ਨੇ ਤੇ ਭੂਤਨਾ ਆਪ ਵੀ ਸ਼ਾਂਤ ਨਹੀਂ ਹੁੰਦਾ ਤੇ ਦੂਜਿਆਂ ਨੂੰ ਵੀ ਉਹ ਪਰੇਸ਼ਾਨ ਕਰਦਾ ਹੈ। ਇਸ ਤਰ੍ਹਾਂ ਜਿਨ੍ਹਾਂ ਦੇ ਅੰਦਰ ਪ੍ਰਭੂ ਦੀ ਪ੍ਰੀਤ ਨਹੀਂ, ਰੱਬੀ ਗੁਣਾਂ ਦੀ ਪਿਆਰ ਪ੍ਰੀਤ ਨਹੀਂ, ਵਿੱਚ ਕਿੰਨਾ ਕੁ ਚਿਰ ਧੀਰਜ ਰਹਿ ਸਕਦਾ ਹੈ, ਕਿੰਨਾ ਕੁ ਚਿਰ ਉਹ ਸ਼ਾਂਤ ਰਹਿ ਸਕਦੇ ਨੇ, ਕਿਉਂਕਿ ਉਹ ਮਨ ਦੇ ਪਿੱਛੇ ਤੁਰਨ ਵਾਲੇ ਭੂਤਨਿਆਂ ਦੀ ਤਰ੍ਹਾਂ ਭਟਕ ਰਹੇ ਨੇ। ਉਹਨਾਂ ਦੇ ਜੀਵਨ ਦੇ ਅੰਦਰ ਭਟਕਾਵ ਬਣਿਆ ਰਹਿੰਦਾ ਹੈ। ਸਤਿਗੁਰ ਨੂੰ ਮਿਲੇ ਸੋ ਆਪਣਾ ਮਨ ਥਾਏ ਰੱਖੈ, ਉਹ ਆਪ ਵਰਤੈ ਆਪਣੀ ਵਤ ਨਾਲੇ। ਹੁਣ ਮਨਮੁਖ ਦੀ ਜ਼ਿੰਦਗੀ ਬਿਆਨ ਕਰਕੇ ਕਿ ਜੋ ਆਪ ਹੁਦਰਾ ਮਨੁੱਖ ਹੈ, ਜੋ ਰੱਬੀ ਰਜਾ ਵਿੱਚ ਨਹੀਂ ਤੁਰਦਾ, ਜਿਹਦੇ ਅੰਦਰ ਰੱਬੀ ਗੁਣਾਂ ਦੀ ਪ੍ਰੀਤ ਨਹੀਂ ਹੈ, ਜੋ ਗੁਰੂ ਦੇ ਦੱਸੇ ਹੋਏ ਰਾਹ ਨੂੰ ਨਹੀਂ ਅਪਣਾ ਰਿਹਾ, ਉਹ ਭੂਤਨਾ ਹੈ, ਉਹ ਭਟਕ ਰਿਹਾ ਹੈ, ਉਹ ਪਰੇਸ਼ਾਨ ਹੈ, ਦੁਖੀ ਔਰ ਅਸ਼ਾਂਤ ਹੈ। ਉਹਦੇ ਅੰਦਰ ਬਹੁਤਾ ਉਹਨੂੰ ਧੀਰਜ ਨਹੀਂ ਦਿੱਤਾ ਜਾ ਸਕਦਾ ਕਿ ਤੂੰ ਕਿੰਨਾ ਕੁ ਚਿਰ ਸ਼ਾਂਤ ਰਹੇਗਾ, ਉਹ ਸੁਖੀ ਨਹੀਂ ਰਹਿ ਸਕਦਾ। ਉਹਦੀ ਹਾਲਾਤ ਬਿਆਨ ਕਰਕੇ ਹੁਣ ਉਹਨਾਂ ਲੋਕਾਂ ਬਾਰੇ ਦੱਸ ਰਹੇ ਨੇ ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਨੇ, ਜੋ ਗੁਰੂ ਨੂੰ ਮਿਲਦੇ ਨੇ। ਸਤਿਗੁਰ ਨੂੰ ਮਿਲੇ ਸੋ ਆਪਣਾ ਮਨ ਥਾਏ ਰੱਖੇ। ਜਿਹੜਾ ਮਨੁੱਖ ਸਤਿਗੁਰ ਨੂੰ ਮਿਲਦਾ ਹੈ, ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦਾ ਹੈ, ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਜੋ ਬੰਦਾ ਅਪਣਾ ਲੈਂਦਾ ਹੈ, ਉਹਦੀ ਨਿਸ਼ਾਨੀ ਕੀ ਹੈ? ਆਪਣਾ ਮਨ ਥਾਏ ਰੱਖੇ। ਥਾਏ ਦਾ ਮਤਲਬ ਥਾਂ ਸਿਰ। ਉਹ ਆਪਣੇ ਮਨ ਨੂੰ ਥਾਂ ਸਿਰ ਰੱਖਦਾ ਹੈ, ਟਿਕਾਣੇ ਰੱਖਦਾ ਹੈ, ਕਾਬੂ ਵਿੱਚ ਰੱਖਦਾ ਹੈ, ਵਿਕਾਰਾਂ ਵੱਲੋਂ ਰੋਕ ਕੇ ਰੱਖਦਾ ਹੈ। ਉਹ ਆਪਣੇ ਮਨ ਨੂੰ ਨੈਗੇਟਿਵਿਟੀ ਵਿੱਚ ਭਰਮਣ ਨਹੀਂ ਦਿੰਦਾ, ਵਿਕਾਰਾਂ ਵਾਲੇ ਪਾਸੇ ਦੌੜਨ ਨਹੀਂ ਦਿੰਦਾ, ਈਰਸ਼ਾ ਦਵੇਸ਼ ਵੱਲ ਉਹਦਾ ਮਨ ਜਾਂਦਾ ਨਹੀਂ, ਝੂਠ ਵਾਲੇ ਪਾਸੇ ਉਹ ਆਪਣੇ ਮਨ ਨੂੰ ਜਾਣ ਨਹੀਂ ਦਿੰਦਾ। ਉਹ ਆਪਣੇ ਮਨ ਨੂੰ ਐਨ ਥਾਏ ਰੱਖਦਾ ਹੈ, ਟਿਕਾਣੇ ਤੇ ਰੱਖਦਾ ਹੈ, ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਸੱਚ ਦੇ ਨਾਲ ਜੁੜਿਆ ਰਹਿੰਦਾ ਹੈ। ਪਹਿਲੀ ਗੱਲ ਤੇ ਨਾਲ ਇਹ ਹੈ, ਉਹ ਆਪ ਵਰਤੈ ਆਪਣੀ ਵਤ ਨਾਲੇ। ਨਾਲੇ ਦਾ ਮਤਲਬ ਅਤੇ। ਜਿਵੇਂ ਅਸੀਂ ਕਹਿੰਦੇ ਆ ਫਿਰ ਰੋਟੀ ਖਾ ਲਓ ਨਾਲੇ ਚਾਹ ਪੀ ਲਓ, ਨਾਲੇ ਦਾ ਮਤਲਬ ਅਤੇ। ਇੱਥੇ ਨਾਲੇ ਦਾ ਮਤਲਬ ਹੈ ਅਤੇ। ਇੱਕ ਤਾਂ ਉਹ ਆਪਣੇ ਮਨ ਨੂੰ ਥਾਏ ਰੱਖਦਾ ਹੈ ਤੇ ਨਾਲੇ ਉਹ ਆਪ ਵਰਤੈ ਆਪਣੀ ਵਤ। ਆਪਣੀ ਵਤ ਦਾ ਮਤਲਬ ਆਪਣੀ ਵਸਤੂ। ਆਪ ਵਰਤੈ ਦਾ ਮਤਲਬ ਆਪ ਵਰਤਦਾ ਹੈ। ਉਹ ਆਪਣੀ ਵਸਤੂ ਨੂੰ ਆਪ ਵਰਤਦਾ ਹੈ। ਆਪਣੀ ਵਸਤੂ ਨੂੰ ਆਪ ਕਿਵੇਂ ਵਰਤਦਾ ਹੈ? ਕਿ ਜੋ ਸਤ ਸੰਤੋਖ ਦਇਆ ਧਰਮ ਆਦਿਕ ਗੁਣ ਨੇ ਨਾ, ਉਹਨਾਂ ਤੋਂ ਜਿਹੜਾ ਪੈਦਾ ਹੋਇਆ ਸੁੱਖ ਹੈ ਉਹਨੂੰ ਆਪ ਹੀ ਵਰਤਦਾ ਹੈ। ਉਹਦੇ ਉਸ ਸੁੱਖ ਨੂੰ ਕਾਮ ਕ੍ਰੋਧ ਆਦਿਕ ਚੁਰਾ ਨਹੀਂ ਸਕਦੇ। ਉਹਦੇ ਸੁੱਖ ਨੂੰ ਕੋਈ ਹੋਰ ਨਹੀਂ ਵਰਤ ਸਕਦਾ। ਉਹ ਆਪਣੀ ਜਿਹੜੀ ਵਸਤੂ ਹੈ, ਸ਼ੁਭ ਗੁਣਾਂ ਤੋਂ ਜਿਹੜਾ ਪੈਦਾ ਹੋਇਆ ਸੁੱਖ ਹੈ, ਉਹਨੂੰ ਉਹ ਆਪ ਵਰਤਦਾ ਹੈ। ਉਹਨੂੰ ਕੋਈ ਚੋਰੀ ਨਹੀਂ ਚੁਰਾ ਸਕਦਾ, ਉਹਨੂੰ ਕੋਈ ਲੁੱਟ ਨਹੀਂ ਸਕਦਾ। ਕਾਮ ਕ੍ਰੋਧ ਵੈਰੀ ਜਿਹੜੇ ਨੇ ਉਹਦੇ ਆਨੰਦ ਨੂੰ ਖਰਾਬ ਨਹੀਂ ਕਰ ਸਕਦੇ, ਉਹਦੀਆਂ ਖੁਸ਼ੀਆਂ ਨੂੰ ਮਿਟਾ ਨਹੀਂ ਸਕਦੇ, ਕੋਈ ਹੋਰ ਉਹਦੇ ਇਹਨਾਂ ਸੁੱਖਾਂ ਨੂੰ ਚੁਰਾ ਨਹੀਂ ਸਕਦਾ। ਤਾਂ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਬੰਦਾ ਇੱਕ ਤਾਂ ਆਪਣੇ ਮਨ ਨੂੰ ਥਾਏ ਰੱਖਦਾ ਹੈ, ਸੱਚ ਦੇ ਨਾਲ ਜੋੜੀ ਰੱਖਦਾ ਹੈ, ਤੇ ਦੂਜਾ ਉਹ ਆਪਣੇ ਆਤਮਿਕ ਜੀਵਨ ਦਾ ਆਨੰਦ ਆਪ ਮਾਣਦਾ ਹੈ। ਉਹਦੇ ਉਸ ਆਤਮਿਕ ਆਨੰਦ ਨੂੰ ਕੋਈ ਚੁਰਾ ਨਹੀਂ ਸਕਦਾ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਹ ਨਾ ਸਾਕੇ ਜਾਲੇ। ਜਨ ਨਾਨਕ ਇਕਨਾ ਗੁਰ ਮੇਲ ਸੁਖ ਦੇਵੈ, ਇੱਕ ਆਪੇ ਵਕ ਕੱਢੈ ਠਗਵਾਲੇ। ਠਗਵਾਲੇ ਦਾ ਮਤਲਬ ਹੈਗਾ ਠੱਗਣ ਵਾਲੇ, ਠੱਗੀ ਕਰਨ ਵਾਲੇ। ਠਗਵਾਲੇ ਦਾ ਮਤਲਬ ਠੱਗੀ ਕਰਨ ਵਾਲੇ। ਤੇ ਇੱਕ ਦੇ ਕੱਕੇ ਨਾਲ ਸਿਹਾਰੀ ਹੈ, ਇਹਦਾ ਮਤਲਬ ਕਈ। ਜਦੋਂ ਇੱਕ ਦੇ ਕੱਕੇ ਨਾਲ ਸਿਹਾਰੀ ਹੋਏ ਨਾ, ਤਾਂ ਇਹ ਬਹੁਵਚਨੀ ਸ਼ਬਦ ਹੁੰਦਾ ਹੈ, ਬਹੁਤਿਆਂ ਦੀ ਗੱਲ। ਜਦੋਂ ਇੱਕ ਦਾ ਕੱਕਾ ਮੁਕਤਾ ਹੋਏ ਤਾਂ ਉਦੋਂ ਇਹ ਬਹੁਵਚਨ ਵੀ ਹੋ ਸਕਦਾ ਔਰ ਫੀਮੇਲ ਜੈਂਡਰ ਵੀ ਹੁੰਦਾ। ਜਿਵੇਂ ਗੁਰਾ ਇੱਕ ਦੇਹ ਬੁਝਾਈ, ਉੱਥੇ ਇੱਕ ਸ਼ਬਦ ਫੀਮੇਲ ਜੈਂਡਰ ਹੈ। ਔਰ ਇੱਕ ਦੇ ਕੱਕੇ ਥੱਲੇ ਔਂਕੜ ਹੋਏਗਾ ਤਾਂ ਮੇਲ ਜੈਂਡਰ ਵੀ ਹੋਏਗਾ ਔਰ ਸਿੰਗੂਲਰ ਵੀ ਹੋਏਗਾ। ਇੱਕ ਦੇ ਕੱਕੇ ਨਾਲ ਸਿਹਾਰੀ, ਇਹਦਾ ਮਤਲਬ ਇਹ ਪਲੂਰਲ ਸ਼ਬਦ ਹੈ, ਬਹੁਵਚਨੀ। ਜਨ ਨਾਨਕ ਇਕਨਾ ਗੁਰ ਮੇਲ ਸੁਖ ਦੇਵੇ। ਗੁਰੂ ਜੀ ਕਹਿੰਦੇ ਨੇ ਇਕਨਾ ਨੂੰ, ਕਈਆਂ ਨੂੰ ਹਰੀ ਆਪ ਹੀ ਸਤਿਗੁਰ ਮਿਲਾਂਦਾ ਹੈ ਔਰ ਸੁਖ ਬਖਸ਼ਦਾ ਹੈ।
यानी रब्बी रजा ਦੇ ਅੰਦਰ ਸਿਸਟਮ ਦੇ ਅੰਦਰ ਕੁਝ ਲੋਕ ਐਸੇ ਨੇ ਜੋ ਗੁਰੂ ਨੂੰ ਮਿਲ ਕੇ ਸੁਖ ਮਾਣਦੇ ਨੇ। ਰੱਬੀ ਰਜਾ ਵਿੱਚ ਰੱਬ ਨੇ ਉਹਨਾਂ ਨੂੰ ਗੁਰੂ ਨਾਲ ਮਿਲਾ ਦਿੱਤਾ, ਉਹਨਾਂ ਨੂੰ ਸੁਖ ਦੇ ਦਿੱਤਾ। ਇੱਕ ਆਪੇ ਵਕ ਕੱਢੇ ਠਗਵਾਲੇ ਤੇ ਇੱਕ ਜਿਹੜੇ ਠੱਗਣ ਵਾਲੇ ਨੇ ਕਈ, ਉਹਨਾਂ ਨੂੰ ਆਪ ਹੀ ਵੱਖ ਕਰ ਦਿੰਦਾ ਹੈ, ਦੁੱਖਾਂ ਦੇ ਵਿੱਚ ਪਾ ਦਿੰਦਾ ਹੈ। ਤਾਂ ਇਹ ਚੀਜ਼ ਸਮਝਣ ਵਾਲੀ ਹੈ। ਹੁਣ ਰੱਬ ਕਿਸੇ ਨੂੰ ਸੁੱਖ ਔਰ ਦੁੱਖ ਨਹੀਂ ਦੇ ਰਿਹਾ। ਰੱਬ ਦੀ ਇੱਕ ਰਜ਼ਾ ਹੈ, ਭਾਣਾ ਹੈ, ਸਿਸਟਮ ਹੈ। ਜੋ ਉਸ ਸਿਸਟਮ ਮੁਤਾਬਕ ਜ਼ਿੰਦਗੀ ਜੀਵੇਗਾ ਉਹਦੇ ਵਿੱਚ ਹੀ ਸੁੱਖ ਔਰ ਦੁੱਖ ਨੇ। ਦੇਖੋ, ਸੁੱਖਾਂ ਦੀ ਕੋਈ ਰਿਕੁਆਇਰਮੈਂਟ ਹੈ ਨਾ, ਜਿਹੜਾ ਉਸ ਰਿਕੁਆਇਰਮੈਂਟ ਨੂੰ ਪੂਰੀ ਕਰੇਗਾ ਉਹ ਸੁਖੀ ਹੋਏਗਾ, ਤੇ ਜਿਹੜਾ ਉਸ ਰਿਕੁਆਇਰਮੈਂਟ ਨੂੰ ਪੂਰੀ ਨਹੀਂ ਕਰੇਗਾ ਉਹ ਦੁਖੀ ਹੋਏਗਾ। ਫਾਰ ਐਗਜ਼ਾਮਪਲ, ਹੁਣ ਕੋਈ ਮੈਚ ਚੱਲ ਰਿਹਾ ਹੈ, ਕੋਈ ਫੁੱਟਬਾਲ, ਵਾਲੀਬਾਲ ਜਾਂ ਕ੍ਰਿਕਟ ਵਗੈਰਾ, ਕੋਈ ਵੀ, ਜਿਹੜਾ ਖਿਡਾਰੀ ਉਹਨਾਂ ਨਿਯਮਾਂ ਨੂੰ ਪੂਰਿਆਂ ਕਰਕੇ ਖੇਲ ਰਿਹਾ ਹੈ ਉਹ ਖੇਲ ਸਕਦਾ ਹੈ। ਲੇਕਿਨ ਜੇ ਕੋਈ ਖਿਡਾਰੀ ਬਾਰ-ਬਾਰ ਨਿਯਮਾਂ ਨੂੰ ਤੋੜਦਾ ਹੈ ਤਾਂ ਉਹਨੂੰ ਖੇਲ ਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ, ਉਹਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ। ਨੇਮ ਨੇ ਨਾ ਸਾਰਿਆਂ ਤੇ ਲਾਗੂ ਨੇ, ਜਿਹੜਾ ਨੇਮ ਤੋੜੇਗਾ ਬਾਹਰ ਕੱਢ ਦਿੱਤਾ ਜਾਏਗਾ। ਹੁਣ ਉੱਥੇ ਜਿਹੜਾ ਵੀ ਉਸ ਇੰਚਾਰਜ ਹੈ ਜਾਂ ਜੋ ਵੀ ਹੈ, ਉਹਦੇ ਨਾਲ ਈਰਖਾ ਨਹੀਂ ਹੈ ਕਿਸੇ ਬੰਦੇ ਨਾਲ। ਨੇਮ ਹੈ ਕਿ ਜੋ ਨੇਮ ਤੋੜੇਗਾ ਉਹਨੂੰ ਮੈਚ ਵਿੱਚੋਂ ਬਾਹਰ ਕੱਢਿਆ ਜਾਏਗਾ। ਦੂਜੀ ਗੱਲ, ਜੋ ਖੇਲ ਦੇ ਨਿਯਮਾਂ ਦੀ ਪਾਲਣਾ ਕਰਦਾ ਹੋਇਆ ਖੇਲਦਾ ਹੈ ਉਹ ਬੰਦਾ ਜਿੱਤ ਜਾਂਦਾ ਹੈ, ਤੇ ਜਿਹੜੇ ਬੰਦੇ ਉਸ ਜਿੱਤ ਦੀ ਰਿਕੁਆਇਰਮੈਂਟ ਨੂੰ ਪੂਰੀ ਨਹੀਂ ਕਰਦੇ ਉਹ ਟੀਮ ਹਾਰ ਜਾਂਦੀ ਹੈ। ਸਿਸਟਮ ਹੈ ਨਾ ਸਾਰਾ। ਇਸੇ ਤਰ੍ਹਾਂ ਇੱਕ ਸਿਸਟਮ ਹੈ ਸੰਸਾਰ ਦਾ, ਨਿਰੰਕਾਰ ਦਾ, ਕਿ ਜੋ ਰਾਹ ਤੇ ਤੁਰੇਗਾ ਉਹ ਸੁਖੀ ਔਰ ਸ਼ਾਂਤ ਰਹੇਗਾ। ਉਹ ਸਿਸਟਮ ਦੇ ਵਿੱਚ ਸੁਖੀ ਔਰ ਸ਼ਾਂਤ ਰਹੇਗਾ। ਇਹ ਸਿਸਟਮ ਹੈ, ਨੇਮ ਹੈ। ਤੇ ਜਿਹੜਾ ਇਸ ਨੇਮ ਨੂੰ ਪੂਰਾ ਨਹੀਂ ਕਰੇਗਾ, ਗੁਰੂ ਦੱਸੇ ਰਾਹ ਤੇ ਨਹੀਂ ਤੁਰੇਗਾ, ਗਿਆਨ ਦੀ ਸਹੀ ਵਰਤੋਂ ਨਹੀਂ ਕਰੇਗਾ, ਉਹਨੂੰ ਸੁੱਖਾਂ ਨਾਲੋਂ ਵੱਖ ਕਰ ਦੇਗਾ, ਸਿਸਟਮ ਵੱਖ ਕਰ ਦੇਗਾ, ਆਟੋਮੈਟਿਕਲੀ ਵੱਖ ਹੋ ਜਾਏਗਾ। ਜੇ ਤੁਸੀਂ ਲਾਈਟ ਔਨ ਕਰੋਗੇ ਤਾਂ ਤੁਹਾਡੇ ਕਮਰੇ ਵਿੱਚ ਚਾਨਣਾ ਹੋ ਜਾਏਗਾ, ਤੇ ਜੇ ਕੋਈ ਲਾਈਟ ਆਫ ਕਰ ਦੇਵੇਗਾ ਤੇ ਉਹਦੇ ਕਮਰੇ ਵਿੱਚ ਹਨੇਰਾ ਹੋ ਜਾਏਗਾ। ਇਸੇ ਤਰ੍ਹਾਂ ਪ੍ਰਭੂ ਦੀ ਰਜ਼ਾ ਦੇ ਅੰਦਰ ਪ੍ਰਭੂ ਆਪ ਗੁਰੂ ਨੂੰ ਮਿਲਾ ਕੇ ਕਈਆਂ ਨੂੰ ਸੁੱਖ ਦਿੰਦਾ ਹੈ ਔਰ ਠੱਗਣ ਵਾਲਿਆਂ ਨੂੰ ਵੱਖ ਕਰ ਦਿੰਦਾ ਹੈ। ਭਾਵ ਇਹਦਾ ਇਹ ਹੈ ਕਿ ਜੋ ਗੁਰੂ ਦੇ ਦੱਸੇ ਰਾਹ ਤੇ ਤੁਰਨਗੇ ਉਹ ਸੁਖੀ ਔਰ ਸ਼ਾਂਤ ਰਹਿਣਗੇ। ਲੇਕਿਨ ਜਿਹੜੇ ਠੱਗੀ ਕਰਨ ਵਾਲੇ ਨੇ, ਧੋਖਾ ਕਰਨ ਵਾਲੇ ਨੇ, ਅੰਦਰੋਂ ਹੋਰ ਔਰ ਬਾਹਰੋਂ ਹੋਰ ਨੇ, ਉਹ ਇਸ ਰਾਸਤੇ ਤੋਂ ਵੱਖਰੇ ਹੋ ਜਾਣਗੇ ਤੇ ਉਹਨਾਂ ਨੂੰ ਜੀਵਨ ਦੇ ਵਿੱਚ ਦੁੱਖ ਭੁਗਤਣਾ ਪਵੇਗਾ। ਚੁਆਇਸ ਬੰਦੇ ਦੀ ਆਪਣੀ ਹੈ। ਮਹਿਲਾ ਚੌਥਾ, ਜਿਨ੍ਹਾਂ ਅੰਦਰ ਨਾਮ ਨਿਧਾਨ ਹਰ, ਇੱਥੇ ਵਿਸਰਾਮ ਲਗਾਵਾਂਗੇ। ਇਨਕੇ ਕਾਜ ਦਈ ਆਂਦੇ ਰਾਸ, ਆਦੇ ਲਿਖਿਆ ਨਾ, ਆਦੇ, ਇਹਨੂੰ ਪੜਨਾ ਹੈ ਆਂਦੇ। ਜਿਨ੍ਹਾਂ ਅੰਦਰ ਨਾਮ ਨਿਧਾਨ ਹਰ, ਤਿਨਕੇ ਕਾਜ ਦਈ ਆਂਦੇ ਰਾਸ। ਨਿਧਾਨ ਦਾ ਮਤਲਬ ਖਜ਼ਾਨਾ, ਦਈ ਦਾ ਮਤਲਬ ਖਸਮ ਨੇ, ਰਾਸ ਆਂਦੇ ਦਾ ਮਤਲਬ ਸਿਰੇ ਚਾੜ ਦਿੱਤੇ। ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਭੂ ਦੇ ਗੁਣਾਂ ਦਾ ਖਜ਼ਾਨਾ ਹੈ। ਨਾਮ ਖਜ਼ਾਨਾ ਦਾ ਮਤਲਬ ਗੁਣਾਂ ਦਾ ਖਜ਼ਾਨਾ। ਖਸਮ ਪ੍ਰਭੂ ਨੇ ਉਹਨਾਂ ਦੇ ਕੰਮ ਆਪ ਸਿਰੇ ਚਾੜੇ ਨੇ, ਉਹਨਾਂ ਦੇ ਕਾਰਜ ਰਾਸ ਕਰ ਦਿੱਤੇ ਨੇ। ਹੁਣ ਇਹ ਗੱਲ ਸਮਝਣ ਵਾਲੀ ਹੈ ਕਿ ਕਾਰਜ ਸਿਰੇ ਚੜ ਜਾਣਾ ਜਾਂ ਰਾਸ ਆ ਜਾਣਾ, ਵੈਸੇ ਅਸੀਂ ਇਸ ਚੀਜ਼ ਦੀ ਵਿਚਾਰ ਪਹਿਲਾਂ ਕਈ ਵਾਰ ਕਰ ਚੁੱਕੇ ਹਾਂ। ਕਾਰਜ ਰਾਸ ਆਉਣ ਦਾ ਮਤਲਬ ਹੈ ਕਿ ਜਿਵੇਂ ਅਸੀਂ ਸੋਚਿਆ ਸੀ ਕਾਰਜ ਉਸੇ ਤਰ੍ਹਾਂ ਹੋ ਜਾਏ ਤੇ ਉਹਦਾ ਰਿਜ਼ਲਟ ਵੀ ਉਹ ਹੀ ਨਿਕਲੇ ਜੋ ਅਸਾਂ ਸੋਚਿਆ ਹੈ। ਮੰਨ ਲਓ ਕੋਈ ਬੱਚਾ ਮਿਹਨਤ ਕਰ ਰਿਹਾ ਹੈ ਕਿ ਮੈਂ 90% ਨੰਬਰ ਲੈਣੇ ਨੇ। ਉਹਨੇ ਮਿਹਨਤ ਕੀਤੀ, ਉਹਦੇ 90% ਨੰਬਰ ਆ ਗਏ ਤਾਂ ਕਾਰਜ ਆ ਗਿਆ, ਰਾਸ ਸਫਲ ਹੋ ਗਿਆ ਨਾ। ਤੇ ਜੇ ਬੱਚਾ ਮਿਹਨਤ ਕਰ ਰਿਹਾ ਹੈ 90% ਲਈ, ਲੇਕਿਨ ਉਹ ਬੰਦਾ ਹੋ ਜਾਏ ਫੇਲ, 90% ਤਾਂ ਦੂਰ ਦੀ ਉਹ 33% ਵੀ ਨਾ ਲੈ ਸਕੇ, ਤਾਂ ਕਾਰਜ ਰਾਸ ਤੇ ਨਾ ਆਇਆ। ਸਾਰਾ ਸਾਲ ਸਕੂਲ ਵਿੱਚ ਜਾਂਦਾ ਰਿਹਾ, ਪੜ੍ਹਦਾ ਵੀ ਰਿਹਾ, ਦਿਮਾਗ ਵੀ ਲਾਂਦਾ ਰਿਹਾ, ਲੇਕਿਨ ਜੋ ਚਾਹਿਆ ਸੀ ਉਹ ਨਹੀਂ, ਤਾਂ ਫਿਰ ਕਾਰਜ ਰਾਸ ਨਾ ਆਇਆ, ਸਾਰਾ ਸਾਲ ਬੇਕਾਰ ਹੋ ਗਿਆ। ਇਸ ਲਈ ਕਾਰਜ ਰਾਸ ਦਾ ਮਤਲਬ ਹੈ ਕਿ ਜਿਹੜੇ ਕਾਰਜ ਦੇ ਵਿੱਚੋਂ ਖੁਸ਼ੀ ਉਪਜੇ, ਜਿਸ ਵਾਸਤੇ ਕੰਮ ਕੀਤਾ ਗਿਆ ਹੈ ਉਸ ਖੁਸ਼ੀ ਉਹਦੇ ਵਿੱਚੋਂ ਪੈਦਾ ਹੋਵੇ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਦੇ ਕਾਰਜ ਰੱਬ ਸਿਰੇ ਚਾੜ ਦਿੰਦਾ ਹੈ, ਜਿਨ੍ਹਾਂ ਦੀ ਜ਼ਿੰਦਗੀ ਦੇ ਅੰਦਰ ਖਜ਼ਾਨਾ ਹੁੰਦਾ ਹੈ ਗੁਣਾਂ ਦਾ। ਹੁਣ ਇਹ ਚੀਜ਼ ਨੂੰ ਅਸੀਂ ਥੋੜੀ ਜਿਹੀ ਹੋਰ ਮਿਸਾਲ ਦੇ ਕੇ ਸਮਝੀਏ।
ਮਿਸਾਲ ਵਜੋਂ ਅਸੀਂ ਖਰੀਦਿਆ ਘਰ ਕਿ ਇੱਥੇ ਸਾਰਾ ਪਰਿਵਾਰ ਚੰਗਾ ਇਲਾਕਾ ਹੈ ਤੇ ਸਾਰਾ ਪਰਿਵਾਰ ਇਸ ਘਰ ਦੇ ਅੰਦਰ ਖੁਸ਼ੀ ਮਾਣਾਂਗੇ, ਆਨੰਦ ਮਾਣਾਂਗੇ। ਘਰ ਖਰੀਦ ਲਿਆ ਮਹਿੰਗਾ, ਲੇਕਿਨ ਉਸ ਘਰ ਦੇ ਵਿੱਚ ਜਦੋਂ ਅਸੀਂ ਰਹਿਣ ਲੱਗੇ ਤੇ ਸਾਡੀ ਆਪਸ ਦੇ ਵਿੱਚ ਬਣ ਨਹੀਂ ਆ ਰਹੀ। ਕਦੇ ਬੱਚੇ ਕਲੇਸ਼ ਪਾਉਂਦੇ ਨੇ, ਕਦੇ ਪਤੀ ਪਤਨੀ ਦਾ ਕਲੇਸ਼, ਹਰ ਟਾਈਮ ਕਲਕਲ ਹੈ। ਤਾਂ ਫਿਰ ਉਹ ਘਰ ਖਰੀਦਿਆ ਸਫਲਾ ਤੇ ਨਾ ਹੋਇਆ। ਖਰੀਦਿਆ ਸੀ ਖੁਸ਼ੀ ਵਾਸਤੇ, ਪਰ ਪਾ ਕੇ ਉੱਥੇ ਬੈਠੇ ਆ ਕਲੇਸ਼। ਅਸੀਂ ਵਿਆਹ ਕਰਾਇਆ ਕਿ ਪਤੀ ਪਤਨੀ ਮਿਲ ਕੇ ਤੇ ਜ਼ਿੰਦਗੀ ਖੁਸ਼ੀ ਦੇ ਨਾਲ ਬਿਤਾਵਾਂਗੇ। ਦੋ ਦੋ ਚਾਰ ਚਾਰ ਪੰਜ ਪੰਜ ਕੁੜੀਆਂ ਵੇਖੀਆਂ, ਪੰਜ ਚਾਰ ਮੁੰਡੇ ਵੇਖੇ, ਤਾਂ ਜਾ ਕੇ ਇੱਕ ਦੂਜੇ ਨੂੰ ਪਸੰਦ ਕੀਤਾ। ਕਿੰਨੇ ਕਿੰਨੇ ਜਣੇ ਵੇਖਣ ਵਾਸਤੇ ਜਾਂਦੇ ਰਹੇ। ਕੁੜੀ ਨੂੰ ਵੇਖਣ 5-5 10-10 ਬੰਦੇ, ਮੁੰਡੇ ਨੂੰ ਵੇਖਣ ਵਾਸਤੇ ਜਾਂਦੇ ਰਹੇ। ਕੁੜੀ ਮੁੰਡੇ ਨੂੰ ਇੱਕ ਦੂਜੇ ਨੂੰ ਵਿਖਾਇਆ ਗਿਆ, ਉਹਨਾਂ ਇੱਕ ਦੂਜੇ ਨਾਲ ਗੱਲਬਾਤ ਵੀ ਕੀਤੀ, ਪਸੰਦ ਕੀਤਾ, ਵਿਆਹ ਕਰਾਇਆ ਕਿ ਸਾਰੀ ਜ਼ਿੰਦਗੀ ਖੁਸ਼ੀ ਦੇ ਨਾਲ ਬਿਤਾਵਾਂਗੇ। ਲੇਕਿਨ ਦਿਨ 4 ਨਾ ਲੰਘੇ ਤੇ ਵਿਲਨੇ ਖੜਕਣ ਲੱਗ ਗਏ ਤਾਂ ਕਾਰਜ ਰਾਸ ਤੇ ਨਾ ਆਇਆ। ਇਸ ਲਈ ਗੁਰੂ ਜੀ ਕਹਿੰਦੇ ਨੇ ਹੁਣ ਕਾਰਜ ਰਾਸ ਉਹਨਾਂ ਦੇ ਆਉਣਗੇ ਜਿਨ੍ਹਾਂ ਦੇ ਅੰਦਰ ਗੁਣ ਹੋਣਗੇ। ਜੇ ਗੁਣ ਨਹੀਂ ਤਾਂ ਫਿਰ ਜੀਵਨ ਦਾ ਕਾਰਜ ਰਾਸ ਨਹੀਂ ਆਏਗਾ। ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਗੁਣਾਂ ਦਾ ਖਜ਼ਾਨਾ ਹੈ ਉਹਨਾਂ ਦੇ ਕਾਰਜ ਸਿਰੇ ਚੜ ਜਾਂਦੇ ਨੇ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਕਾਰਜ ਸਿਰੇ ਚੜਨ, ਸਾਡੇ ਜੀਵਨ ਦੇ ਅੰਦਰ ਖੁਸ਼ੀਆਂ ਪੈਦਾ ਹੋਣ, ਅਸੀਂ ਕਾਮਯਾਬ ਹੋਈਏ, ਤਾਂ ਉਹਦੇ ਵਾਸਤੇ ਰਿਕੁਆਇਰਮੈਂਟ ਹੈ ਰੱਬੀ ਗੁਣਾਂ ਦੀ। ਅਗਲਾ ਬਚਨ ਕਰਦੇ ਨੇ, ਇਨ ਚੂਕੀ ਮੁਹਤਾਜੀ ਲੋਕਨ ਕੀ, ਹਰ ਪ੍ਰਭ ਅੰਗ ਕਰ ਬੈਠਾ ਪਾਸ। ਅੰਗ ਕਰ ਦਾ ਮਤਲਬ ਰਕਸ਼ਕ ਬਣ ਕੇ, ਕਿ ਉਸ ਬੰਦਿਆਂ ਦੀ ਜਿਹੜੀ ਮੁਹਤਾਜੀ ਹੈ ਨਾ ਉਹ ਖਤਮ ਹੋ ਜਾਂਦੀ ਹੈ। ਕਿਉਂ? ਕਿ ਉਹਨਾਂ ਦਾ ਸਹਾਇਕ ਪ੍ਰਭੂ ਬਣ ਜਾਂਦਾ ਹੈ। ਇਨ ਚੂਕੀ ਮੁਹਤਾਜੀ, ਮੁਹਤਾਜੀ ਦਾ ਮਤਲਬ ਮੁਥਾਜ ਹੋਣਾ। ਹੁਣ ਕਈ ਵਾਰ ਹੁੰਦਾ ਨਾ ਬੰਦਾ ਮੁਥਾਜ ਹੋ ਜਾਂਦਾ ਹੈ। ਮੁਥਾਜ ਅਸੀਂ ਕਿਹਨੂੰ ਕਹਿੰਦੇ ਆ? ਮੰਨ ਲਓ ਕੋਈ ਬੰਦਾ ਹੈ, ਉਸ ਦੇ ਹੱਥ ਪੈਰ ਕੰਮ ਨਹੀਂ ਕਰਦੇ ਤੇ ਉਹ ਵਿਚਾਰਾ ਰੋਟੀ ਵਾਸਤੇ ਮੁਥਾਜ ਹੈ, ਵੀ ਕੋਈ ਉਹਨੂੰ ਫੜਾ ਜਾਵੇ ਤੇ ਖਾ ਲਵੇ, ਨਹੀਂ ਤਾਂ ਨਹੀਂ ਸੀ। ਦੂਜਿਆਂ ਦੇ ਮੁਥਾਜ ਹੋ ਗਿਆ ਨਾ, ਦੂਜਿਆਂ ਦੇ ਅਧੀਨ ਹੋ ਗਿਆ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਰੱਬੀ ਗੁਣ ਨੇ ਉਹਨਾਂ ਦੇ ਕਾਰਜ ਰਾਸ ਆ ਜਾਂਦੇ ਨੇ। ਫਿਰ ਉਹਨਾਂ ਨੂੰ ਲੋਕਾਂ ਦੀ ਗੁਲਾਮੀ ਨਹੀਂ ਕਿਸੇ ਦੀ ਕਰਨੀ ਪੈਂਦੀ, ਉਹ ਕਿਸੇ ਦੇ ਮੁਥਾਜ ਨਹੀਂ ਹੁੰਦੇ। ਨਾ ਉਹ ਕਿਸੇ ਜੋਤਸ਼ੀ ਦੇ ਮੁਥਾਜ ਨੇ ਕਿ ਜੋਤਸ਼ੀ ਜਿਵੇਂ ਕਵੇਗਾ ਉਵੇਂ ਬੱਚੇ ਦਾ ਅਸੀਂ ਨਾਮ ਰੱਖਾਂਗੇ, ਕੁੰਡਲ ਨਹੀਂ ਮਿਲਾਵਾਂਗੇ। ਨਾ ਉਹ ਕਿਸੇ ਬਾਬੇ ਦੇ ਮੁਥਾਜ ਨੇ ਵੀ ਜੋ ਬਾਬਾ ਕਹੇਗਾ ਉਵੇਂ ਕਰਾਂਗੇ ਤਾਂ ਸਾਡਾ ਖੁਸ਼ੀ ਹੋਣੀ ਹੈ। ਨਾ ਉਹ ਕਿਸੇ ਵਰਤਾਂ ਦੇ ਮੁਥਾਜ ਨੇ, ਨਾ ਸਰਾਧਾਂ ਦੇ, ਨਾ ਤੀਰਥਾਂ ਦੇ, ਨਾ ਭਰਮਾਂ ਦੇ, ਨਾ ਵਹਿਮਾਂ ਦੇ, ਕਿਉਂਕਿ ਉਹਨਾਂ ਦੇ ਅੰਦਰ ਗੁਣ ਨੇ। ਹਰ ਪ੍ਰਭ ਅੰਗ ਕਰ ਬੈਠਾ ਪਾਸ। ਅੰਗ ਕਰ ਦਾ ਮਤਲਬ ਸਹਾਇਕ, ਔਰ ਉਹਨਾਂ ਦੇ ਕੋਲ ਬੈਠਾ ਹੈ, ਉਹਨਾਂ ਦੇ ਪਾਸੇ ਬੈਠਾ ਹੈ, ਉਹਨਾਂ ਦੇ ਹਿਰਦੇ ਵਿੱਚ ਵਸ ਰਿਹਾ ਹੈ। ਜਿਨ੍ਹਾਂ ਦੀ ਸੋਚ ਦੇ ਅੰਦਰ ਪ੍ਰਭੂ ਆਪ ਬੈਠਾ ਹੈ, ਉਹਨਾਂ ਦਾ ਸਹਾਇਕ ਹੈ, ਉਹਨਾਂ ਨੂੰ ਫਿਰ ਲੋਕਾਂ ਦੀ ਕਿਸੇ ਦੀ ਗੁਲਾਮੀ ਨਹੀਂ ਰਹਿੰਦੀ, ਮੁਥਾਜੀ ਨਹੀਂ ਰਹਿੰਦੀ, ਅਧੀਨਗੀ ਨਹੀਂ ਰਹਿੰਦੀ। ਉਹਨਾਂ ਨੂੰ ਬਾਕੀ ਕਰਮ ਕਾਂਡਾਂ ਦੀ ਅਧੀਨਗੀ ਨਹੀਂ ਹੈ ਕਿ ਤੀਰਥਾਂ ਤੇ ਜਾ ਕੇ ਪਾਪ ਲੈਣਗੇ। ਉਹ ਪਾਪ ਕਰਦੇ ਹੀ ਨਹੀਂ, ਉਹਨਾਂ ਦੇ ਅੰਦਰ ਪਾਪ ਹੈ ਹੀ ਨਹੀਂ। ਉਹਨਾਂ ਨੂੰ ਇਹ ਨਹੀਂ ਕਿ ਹੁਣ ਜੋਤਸ਼ੀ ਦੱਸੇਗਾ ਤੇ ਕਿਸਮਤ ਬਦਲੇਗੀ, ਤੇ ਉਹ ਕਿਸਮਤ ਨੂੰ ਮੰਨਦੇ ਹੀ ਨਹੀਂ। ਉਹਨਾਂ ਨੂੰ ਪਤਾ ਹੈ ਕਿ ਜਿਹੜੀ ਚੀਜ਼ ਵੀ ਮੈਂ ਚਾਹੁੰਦਾ ਉਹਦੀ ਰਿਕੁਆਇਰਮੈਂਟ ਮੈਂ ਪੂਰੀ ਕਰਾਂਗਾ ਤਾਂ ਮੈਨੂੰ ਕੋਈ ਸ਼ੈ ਮਿਲਣੀ ਹੈ। ਇਸ ਲਈ ਉਹਨੂੰ ਜੋਤਸ਼ੀ ਦੀ ਮੁਥਾਜੀ ਨਹੀਂ ਹੈ। ਜੇ ਬੱਚਾ ਨਹੀਂ ਤਾਂ ਉਹ ਬਾਬਿਆਂ ਦੇ ਕੋਲ ਨਹੀਂ ਭਟਕਦੇ ਵੀ ਸੇਬ ਲਿਆਵਾਂਗੇ, ਤੇ ਬੱਚੇ ਉਹਨੂੰ ਪਤਾ ਹੈ ਵੀ ਸੇਬਾਂ ਨਾਲ ਬੱਚੇ ਹੁੰਦੇ ਹੀ ਨਹੀਂ। ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਉਹਨਾਂ ਨੂੰ ਸਿਸਟਮ ਦੀ ਸਮਝ ਆ ਜਾਂਦੀ ਹੈ, ਰੱਬੀ ਹੁਕਮ ਦੀ ਸਮਝ ਆ ਜਾਂਦੀ ਹੈ। ਉਹਨਾਂ ਦੇ ਅੰਦਰ ਸ਼ੁਭ ਗੁਣ ਨੇ, ਉਹਨਾਂ ਦੇ ਅੰਦਰ ਕਰਤਾ ਆਪ ਬੈਠਾ ਹੈ। ਇਸ ਲਈ ਉਹਨਾਂ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ। ਜਾਂ ਕਰਤਾ ਵੱਲ ਤਾਂ ਸਭ ਕੋ ਵੱਲ, ਸਭ ਦਰਸ਼ਨ ਦੇਖ ਕਰਹਿ ਸ਼ਾਬਾਸ। ਹੁਣ ਇੱਥੇ ਵੱਲ ਨਹੀਂ ਪੜਨਾ, ਵੱਲ। ਜੇ ਅਸੀਂ ਵੱਲ ਪੜਾਂਗੇ ਜਾਂ ਵੱਲ ਪੜਾਂਗੇ ਤਾਂ ਉਹਦਾ ਮਤਲਬ ਹੋ ਜਾਏਗਾ ਵੱਟ। ਇੱਥੇ ਵੱਲ ਦਾ ਮਤਲਬ ਹੈ ਜਿਵੇਂ ਪੱਕ ਕਰੀਦਾ ਨਾ, ਵੀ ਤੂੰ ਕਿਹਦੇ ਵੱਲ ਹੈ, ਤੂੰ ਕਿਹਦੀ ਤਰਫ ਹੈ, ਤੂੰ ਕਿਹੜੇ ਪਾਸੇ में। ਜਾਂ ਕਰਤਾ ਵੱਲ ਤਾਂ ਸਭ ਕੋ ਵੱਲ। ਜੇ ਰੱਬ ਸਾਡੇ ਵੱਲ ਹੋਵੇ ਤੇ ਸਾਰੇ ਸਾਡੇ ਵੱਲ ਹੋ ਜਾਣਗੇ। ਜਿਹਦੇ ਵੱਲ ਰੱਬ ਹੋਵੇ ਉਹਦੇ ਵੱਲ ਸਾਰੇ ਹੀ ਨੇ, ਉਹਨੂੰ ਸਾਰੇ ਹੀ ਆਦਰ ਦਿੰਦੇ ਨੇ, ਕਿਉਂਕਿ ਉਹਦੀ ਕੋਈ ਖਿਲਾਫਤ ਕਰੇਗਾ ਵੀ ਤੇ ਕਿਵੇਂ ਕਰੇਗਾ। ਸ਼ੁਭ ਗੁਣ ਉਹਦੇ ਅੰਦਰ ਨੇ ਨਾ। ਜਾਂ ਕਰਤਾ ਵੱਲ
ਤਾਂ ਸਭ ਕੋ ਵੱਲ, ਜੇ ਰੱਬ ਵੱਲ ਨੇ ਤਾਂ ਸਾਰੇ ਹੀ ਵੱਲ ਨੇ, ਸਾਰੇ ਹੀ ਉਸ ਪਾਸੇ ਨੇ। ਸਭ ਦਰਸ਼ਨ ਦੇਖ ਕਰੇ ਸ਼ਾਬਾਸ਼, ਇਹੋ ਜਿਹੇ ਇਨਸਾਨ ਦਾ ਦਰਸ਼ਨ ਕਰਕੇ ਸਾਰੇ ਸ਼ਾਬਾਸ਼ ਕਹਿੰਦੇ ਨੇ, ਉਹਦਾ ਦਰਸ਼ਨ ਕਰਕੇ ਵਡਿਆਈ ਦਿੰਦੇ ਨੇ, ਵਡਿਆਈ ਕਰਦੇ ਨੇ। ਐਸੇ ਬੰਦੇ ਨੂੰ ਵੇਖ ਕੇ ਵਡਿਆਈ ਕਰਨਗੇ। ਹੁਣ ਜਿਵੇਂ ਮਿਸਾਲ ਵਜੋਂ ਭਗਤ ਪੂਰਨ ਸਿੰਘ ਜੀ ਸਨ, ਤਾਂ ਉਹਨਾਂ ਨੂੰ ਵੇਖ ਕੇ ਸਾਰੇ ਹੀ ਵਡਿਆਈ ਕਰਨਗੇ। ਜਾਂ ਹੋਰ ਲੋਕ ਨੇ ਅੱਜ ਜਿਹੜੇ ਚੰਗੇ ਕੰਮ ਕਰ ਰਹੇ ਨੇ, ਅੱਜ ਕਰੋਨਾ ਕਾਲ ਦੇ ਵਿੱਚ ਜਿਹੜੇ ਲੋਕ, ਚਾਹੇ ਉਹ ਹਿੰਦੂ ਨੇ, ਮੁਸਲਮਾਨ ਜਾਂ ਸਿੱਖ ਈਸਾਈ ਕੋਈ ਵੀ ਹੈ, ਜੇ ਕੋਈ ਬੰਦਾ ਕਿਸੇ ਨੂੰ ਆਕਸੀਜਨ ਦੇ ਰਿਹਾ ਹੈ ਮਰਦੇ ਨੂੰ, ਕਿਸੇ ਦੀ ਜਾਨ ਬਚਾਈ ਹੈ, ਤਾਂ ਸਾਰੇ ਹੀ ਉਹਦੀ ਸਿਫਤ ਕਰਨਗੇ ਨਾ। ਹਾਂ, ਕੋਈ ਬੇਵਕੂਫ ਹੋਏ, ਬਦਤਮੀਜ਼ ਨਾ ਕਰੇ ਤਾਂ ਉਹ ਗੱਲ ਵੱਖਰੀ ਹੈ, ਸਾਰੇ ਹੀ ਵਡਿਆਈ ਕਰਨਗੇ। ਹੁਣ ਜੇ ਅੱਜ ਮੈਂ ਸਿੱਖਾਂ ਦੀ ਗੱਲ ਕਰਾਂ ਤਾਂ ਦੇਖੋ, ਸਾਰੇ ਮੀਡੀਆ ਦੇ ਉੱਤੇ ਹਰ ਕਮਿਊਨਿਟੀ ਕੋਈ ਨਾ ਕੋਈ ਛੋਟੀ ਮੋਟੀ ਵੀਡੀਓ ਬਣਾ ਕੇ ਪਾ ਰਹੇ ਨੇ ਕਿ ਸਿੱਖ ਕਮਿਊਨਿਟੀ ਇੱਕ ਐਸੀ ਕਮਿਊਨਿਟੀ ਹੈ, ਜਦੋਂ ਕਿਸੇ ਚੀਜ਼ ਦੀ ਥੋੜ ਆਉਂਦੀ ਹੈ ਤੇ ਬਾਕੀ ਦੇ ਲੋਕ ਜਿੱਥੇ ਰੇਟ ਵਧਾ ਦਿੰਦੇ ਨੇ, ਉਥੇ ਉਹ ਚੀਜ਼ਾਂ ਫ੍ਰੀ ਕਰ ਦਿੰਦੇ ਨੇ। ਅੱਜ ਆਕਸੀਜਨ ਕਿਸੇ ਨੂੰ ਮਿਲ ਨਹੀਂ ਰਹੀ ਤੇ ਗੁਰਦੁਆਰਿਆਂ ਵਿੱਚ ਫ੍ਰੀ ਵੰਡ ਰਹੇ ਨੇ। ਕਰੋਨਾ ਕਾਲ ਦੇ ਵਿੱਚ ਜੇ ਕਿਤੇ ਲੰਗਰ ਪ੍ਰਸ਼ਾਦੇ ਦੀ ਕਮੀ ਆਈ, ਲੋਕਾਂ ਨੇ ਰੇਟ ਵਧਾਏ, ਇਹਨਾਂ ਨੇ ਗੁਰਦੁਆਰਿਆਂ ਦੇ ਅੰਦਰ ਫ੍ਰੀ ਵੰਡਣਾ ਸ਼ੁਰੂ ਕਰ ਦਿੱਤਾ। ਕੱਲ ਹੀ ਮੈਂ ਨਾ ਘਰ ਗੱਲ ਕਰ ਰਿਹਾ ਸੀ ਤੇ ਉੱਥੇ ਥੋੜੀ ਜੀ ਹੁਣ ਕਰਫਿਊ ਵਗੈਰਾ ਜਾਂ ਲੋਕਡਾਊਨ ਕਰਕੇ ਦੁਕਾਨਾਂ ਫਰੂਟ ਦੀਆਂ ਨੇੜੇ ਨਹੀਂ ਖੁੱਲ ਰਹੀਆਂ, ਸਿਰਫ ਇੱਕ ਦੁਕਾਨ ਹੈ ਸਾਡੇ ਘਰ ਦੇ ਨੇੜੇ, ਤੇ 75 ਰੁਪਏ ਦਾ ਇੱਕ ਸੇਬ ਦੇ ਰਹੇ ਨੇ। 75 ਰੁਪਏ ਦਾ ਇੱਕ ਸੇਬ। ਹੁਣ ਕਿਹੜਾ ਬੰਦਾ ਫਰੂਟ ਲੈ ਕੇ ਖਾ ਲੇਗਾ? ਕਿਸੇ ਬੱਚੇ ਨੂੰ ਖਵਾਉਣਾ ਹੋਏ, ਕਿਸੇ ਮਰੀਜ਼ ਨੂੰ ਖਵਾਉਣਾ ਹੋਏ, ਕਿਉਂਕਿ ਪਤਾ ਹੈ ਦੁਕਾਨਦਾਰ ਨੂੰ ਕਿ ਦੁਕਾਨ ਹੋਰ ਹੈ ਨਹੀਂ, ਇੱਥੋਂ ਉਹਨਾਂ ਨੇ ਲੈਣਾ ਹੀ ਲੈਣਾ ਹੈ। ਤਾਂ ਐਸੇ ਲੋਕ ਵੀ ਨੇ, ਲੇਕਿਨ ਸਿੱਖ ਕਮਿਊਨਿਟੀ ਐਸੀ ਹੈ ਕਿ ਉੱਥੇ ਫਰੂਟ ਤੇ ਦੂਜਿਆਂ ਦੇ ਫ੍ਰੀ ਲੰਗਰ ਲਾਏ ਹੋਏ ਨੇ। ਇਸੇ ਨੂੰ ਕਹਿੰਦੇ ਨੇ ਫਿਰ ਦਰਸ਼ਨ ਕਰਕੇ ਸਾਰੇ ਸ਼ਾਬਾਸ਼ ਕਹਿਣਗੇ ਨਾ, ਜੇ ਕੋਈ ਚੰਗਾ ਕੰਮ ਕਰੇਗਾ। ਜੇ ਕੋਈ ਹਿੰਦੂ ਵੀਰ ਚੰਗਾ ਕੰਮ ਕਰ ਰਿਹਾ ਹੈ ਤਾਂ ਉਹਨੂੰ ਵੀ ਸ਼ਾਬਾਸ਼ ਮਿਲੇਗੀ, ਜੇ ਕੋਈ ਮੁਸਲਮਾਨ ਕਰ ਰਿਹਾ ਉਹਨੂੰ ਵੀ ਸ਼ਾਬਾਸ਼ ਮਿਲੇਗੀ, ਜੇ ਕੋਈ ਕ੍ਰਿਸਚਨ ਕਰ ਰਿਹਾ ਉਹਨੂੰ ਸ਼ਾਬਾਸ਼ ਮਿਲੇਗੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਹਦੇ ਵੱਲ ਕਰਤਾ ਪ੍ਰਭੂ ਆਪ ਹੋਵੇ, ਸਾਰੀ ਦੁਨੀਆ ਉਹਦੇ ਵੱਲ ਹੁੰਦੀ ਹੈ। ਸਾਰੇ ਦਰਸ਼ਨ ਕਰਕੇ ਉਹਨੂੰ ਸ਼ਾਬਾਸ਼ ਕਹਿੰਦੇ ਨੇ, ਉਹਦੀ ਵਡਿਆਈ ਕਹਿੰਦੇ ਨੇ, ਕਰਦੇ ਨੇ, ਉਹਦੇ ਗੁਣ ਗਾਉਂਦੇ ਨੇ। ਸ਼ਾਹ ਪਾਤਸ਼ਾਹ ਸਭ ਹਰ ਕਾ ਕੀਆ, ਸਭ ਜਨ ਕੋ ਆਏ ਕਰਹਿ ਰਹਿਰਾਸ। ਰਹਿਰਾਸ ਸ਼ਬਦ ਦਾ ਮਤਲਬ ਹੁੰਦਾ ਹੈ ਅਰਦਾਸ ਕਰਨੀ, ਬੇਨਤੀ ਕਰਨੀ। ਰਹਿਰਾਸ ਦਾ ਮਤਲਬ ਰੋਹ ਰੀਤ ਵੀ ਹੁੰਦੀ ਹੈ। ਰਹਿਰਾਸ ਇੱਕ ਬਾਣੀ ਦਾ ਨਾਮ ਵੀ ਅਸੀਂ ਰੱਖਿਆ ਹੈ, ਜਿਵੇਂ ਸ਼ਾਮ ਨੂੰ ਜੋ ਅਸੀਂ ਬਾਣੀ ਪੜ੍ਹਦੇ ਹਾਂ, ਵੈਸੇ ਤਾਂ ਬਾਣੀ ਦਾ ਨਾਮ ਸੋਦਰ ਹੈ, ਲੇਕਿਨ ਅਸੀਂ ਰਹਿਰਾਸ ਵੀ ਕਹਿੰਦੇ ਹਾਂ। ਸ਼ਾਹ ਪਾਤਸ਼ਾਹ ਸਭ ਹਰ ਕਾ ਕੀਆ। ਹੁਣ ਗੁਰੂ ਜੀ ਕਹਿੰਦੇ ਨੇ ਇਥੋਂ ਤੱਕ ਕਿ ਸ਼ਾਹ ਪਾਤਸ਼ਾਹ ਇਹ ਸਾਰੇ ਰੱਬ ਦੇ ਬਣਾਏ ਹੋਏ ਨੇ, ਰੱਬ ਨੇ ਹੀ ਬਣਾਏ ਨੇ। ਸਭ ਜਨ ਕੋ ਆਏ ਕਰੇ ਰਹਿਰਾਸ, ਇਹ ਸਾਰੇ ਵੀ ਰੱਬ ਦੇ ਪਿਆਰੇ ਦੇ ਅੱਗੇ ਆਣ ਕੇ ਨਮਸਕਾਰ ਕਰਦੇ ਨੇ, ਸ਼ੀਸ਼ ਝੁਕਾਉਂਦੇ ਨੇ, ਉਹਦਾ ਆਦਰ ਕਰਦੇ ਨੇ, ਉਹਦਾ ਸਤਿਕਾਰ ਕਰਦੇ ਨੇ। ਯਾਨੀ ਜਿਹੜਾ ਇਨਸਾਨ ਰੱਬੀ ਰਾਹ ਤੇ ਚੱਲੇਗਾ, ਗੁਰੂ ਦੀ ਬਾਣੀ ਮੁਤਾਬਕ ਜ਼ਿੰਦਗੀ ਜੀਵੇਗਾ, ਗੁਰੂ ਦੇ ਦਿੱਤੇ ਹੋਏ ਉਸ ਲਾਈਫ ਨੂੰ ਅਪਣਾਏਗਾ, ਸ਼ਾਹ ਬਾਦਸ਼ਾਹ ਜਿਹੜੇ ਦੁਨਿਆਵੀ ਬਾਦਸ਼ਾਹ ਨੇ ਉਹ ਵੀ ਆਣ ਕੇ ਨਮਸਕਾਰ ਕਰਨਗੇ, ਉਹ ਵੀ ਉਹਦੀ ਵਡਿਆਈ ਕਰਨਗੇ, ਉਹ ਵੀ ਉਹਦੀ ਸਿਫਤ ਕਰਨਗੇ, ਕਿਉਂਕਿ ਚੰਗੇ ਕੰਮ ਕਰਨ ਵਾਲੇ ਦੀ ਸਿਫਤ ਕਰਨੀ ਹੀ ਪੈਣੀ ਹੈ। ਗੁਰਪੂਰੇ ਕੀ ਵੱਡੀ ਵਡਿਆਈ, ਹਰ ਵੱਡਾ ਸੇਵ ਅਤੁਲ ਸੁਖ ਪਾਇਆ। ਹੁਣ ਪੂਰੇ ਗੁਰੂ ਦੀ ਜੋ ਵਡਿਆਈ ਹੈ ਉਹ ਬਹੁਤ ਵੱਡੀ ਹੈ। ਪੂਰੇ ਗੁਰੂ ਦੀ ਵਡਿਆਈ ਵੱਡੀ ਹੈ, ਪੂਰੇ ਗੁਰੂ ਦੇ ਗੁਣ ਵੱਡੇ ਨੇ, ਉਹਦੀ ਫਿਲਾਸਫੀ ਵੱਡੀ ਹੈ, ਉਹਦੀ ਵਿਚਾਰਧਾਰਾ ਵੱਡੀ ਹੈ। ਜੇ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਵੱਲ ਇੱਕ ਝਾਤ ਮਾਰੀਏ ਤਾਂ ਅੱਜ ਪੂਰੇ ਸੰਸਾਰ ਨੂੰ ਉਸ ਵਿਚਾਰਧਾਰਾ ਦੀ ਲੋੜ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋ ਵਿਚਾਰਧਾਰਾ ਹੈ, ਵਿਸ਼ਵ ਸ਼ਾਂਤੀ ਲਿਆ ਸਕਦੀ ਹੈ। ਸੀਮਾਵਾਂ ਦੇ ਝਗੜੇ ਹੱਲ ਹੋ ਸਕਦੇ ਨੇ, ਸਮਾਜਿਕ ਝਗੜੇ ਹੱਲ ਹੋ ਸਕਦੇ ਨੇ, ਧਾਰਮਿਕ ਵਿਵਾਦ ਹੱਲ ਹੋ ਸਕਦੇ ਨੇ, ਆਰਥਿਕ ਪ੍ਰੋਬਲਮ ਸੋਲਵ ਹੋ ਸਕਦੀਆਂ ਨੇ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ ਜੋ ਵਿਵਾਦ ਨੇ ਉਹ ਮੁੱਕ ਸਕਦੇ ਨੇ ਜੇ ਅਸੀਂ ਗੁਰੂ ਪਾਤਸ਼ਾਹ ਜੀ ਦੀ ਵਿਚਾਰਧਾਰਾ ਨੂੰ ਵੇਖੀਏ। ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ ਤੌਰ ਤੇ ਕਿੰਨੀ ਮਹਾਨ ਵਿਚਾਰਧਾਰਾ ਦਿੱਤੀ ਹੈ। ਤਖਤ ਰਾਜਾ ਸੋ ਬਹਿ ਜੇ ਤਖਤੇ ਲਾਇਕ ਹੋਈ, ਔਰ ਬੇਗਮਪੁਰਾ ਸ਼ਹਿਰ ਕੋ ਨਾਉ, ਬੜਾ ਦੇਸ਼ ਬੜ ਰਾਜ ਦਾ ਸਿਧਾਂਤ, समाजवाद, भाईचारक समाज, एक पिता एकस के हम बारिक, और वंड के छकन ਦਾ ਸਿਧਾਂਤ ਅਤੇ ਏਕੋ ਧਰਮ ਦ੍ਰਿੜੈ ਸੱਚ ਕੋਈ। ਕਿੱਡੀ ਵੱਡੀ ਵਡਿਆਈ ਹੈ ਨਾ।
सतगुर की गुरपूरे की वड्डी वड्याई, पूरे गुरु की महान वड्डी वड्याई है। पूरे गुरु की फिलोसफी विचारधारा का अंत नहीं पाया जा सकता। हर वड्डा सेव अतुल सुख पाया, और जिन्हां ने गुरु दे दस्से राह ते चुर के हरि वड्डे नूं सेविया, रब्बी रजा विच जो तुरे, जिन्हां ने इस विचारधारा नूं अपनाया, अतुल सुख पाया, उन्हां ने अतुलवां सुख पा लिया। ਵੱਡਾ ਸੁਖ ਜਿਹਨੂੰ ਤੋਲਿਆ ਹੀ ਨਹੀਂ ਜਾ ਸਕਦਾ, ਮਿਣਿਆ ਨਹੀਂ ਜਾ ਸਕਦਾ, ਅਮਿਣਵਾਂ ਸੁਖ ਪਾ ਸਕਦੇ ਆ ਅਸੀਂ ਗੁਰੂ ਦੀ ਵਡਿਆਈ ਕਰਕੇ, ਗੁਰੂ ਦੀ ਇਸ ਵੱਡੀ ਵਿਚਾਰਧਾਰਾ ਨੂੰ ਅਪਣਾ ਕੇ, ਗੁਰੂ ਦੇ ਦੱਸੇ ਗਿਆਨ ਮੁਤਾਬਕ ਰੱਬੀ ਰਜ਼ਾ ਵਿੱਚ ਤੁਰ ਕੇ, ਰੱਬ ਦੀ ਸੇਵਾ ਦਾ ਮਤਲਬ ਰੱਬੀ ਰਜ਼ਾ ਵਿੱਚ ਤੁਰ ਕੇ ਮਹਾਨ ਵੱਡਾ ਸੁਖ ਅਸੀਂ ਪਾ ਸਕਦੇ ਹਾਂ। ਔਰ ਦੇਖੋ ਕਿੰਨਾ ਸੌਖਾ ਕੰਮ ਹੈ। ਗੁਰੂ ਗਿਆਨ ਮੁਤਾਬਕ ਰੱਬੀ ਰਜ਼ਾ ਦੇ ਵਿੱਚ ਤੁਰਨਾ ਹੈ, और अतुलवा सुख साडी जिंदगी के अंदर घटित हो जाना है। कुछ भी नहीं छड्डना, जो कुछ असीं कर रहे हैं वो करना है। जबान नाल बोलना है, कन्नां नाल सुनना है, अखां नाल वेखना है, पैरां नाल तुरना है, हत्थां नाल कुछ करना है, मन नाल सोचना है। इन्हां चों त्याग किसी चीज का नहीं करना, सिर्फ गुरमत अनुसार बोलना है, गुरमत अनुसार वेखना है, गुरमत अनुसार सुनना है, गुरमत अनुसार करना है, गुरमत अनुसार तुरना है। ਤਾਂ ਸਾਰੀ ਜ਼ਿੰਦਗੀ ਹੀ ਬਦਲ ਜਾਏਗੀ, ਸੋਚ ਹੀ ਬਦਲਣੀ ਹੈ। ਗੁਰੂ ਦੀ ਮਹਾਨ ਸੋਚ ਨੂੰ ਅਪਣਾ ਕੇ ਮਹਾਨ ਸੁਖ ਜਿਹੜਾ ਹੈ ਉਹ ਪਾਇਆ ਜਾ ਸਕਦਾ ਹੈ। ਗੁਰ ਪੂਰੇ ਦਾਨ ਦਿਆ ਹਰ ਨਿਹਚਲ, ਨਿਤ ਬਖਸ਼ੇ ਚੜੇ ਸਵਾਇਆ। ਹੁਣ ਪੂਰੇ ਸਤਿਗੁਰ ਦੀ ਰਾਹੀਂ ਪ੍ਰਭੂ ਨੇ ਆਪਣੇ ਸੇਵਕ ਨੂੰ ਦਾਤ ਦਿੱਤੀ ਹੈ। ਨਿਹਚਲ ਦਾ ਮਤਲਬ ਸदैव ਰਹਿਣ ਵਾਲੀ, ਅਟਲ, ਨਾ ਮੁੱਕਣ ਵਾਲਾ ਸੁਖ ਦਿੱਤਾ ਹੈ। ਨਿਤ ਦੇਵੇ ਚੜੇ ਸਵਾਇਆ, ਹੁਣ ਉਹ ਨਿਤ ਹੀ ਸੁਖ ਦੇ ਰਿਹਾ ਹੈ, ਤੇ ਉਹ ਸੁਖ ਜਿਹੜਾ ਹੈ ਬਖਸ਼ਿਸ਼ ਹੈ, ਦਿਨੋਂ ਦਿਨ ਸਵਾਈ ਚੜਦੀ ਹੈ, ਦਿਨੋਂ ਦਿਨ ਉਹ ਸੁਖ ਵੱਧਦਾ ਜਾਂਦਾ ਹੈ। ਗੁਰ ਪੂਰੇ ਦਾਨ ਦਿਆ, ਹੁਣ ਪੂਰੇ ਗੁਰੂ ਦੀ ਜ਼ਰੀਏ ਸਾਨੂੰ ਇਹ ਦਾਨ ਮਿਲਿਆ ਹੈ, ਤੇ ਜਿਹੜਾ ਦਾਨ ਮਿਲਿਆ ਹੈ ਉਹ ਦਾਨ ਵਧੇਗਾ ਨਹੀਂ, ਉਹ ਦਾਨ ਉਹ ਦਾਨ ਘਟੇਗਾ ਨਹੀਂ, ਉਹ ਦਾਨ ਹਰ ਪਲ ਵਧੇਗਾ। ਦਾਤ ਗੁਰੂ ਨੇ ਕਿਹੜੀ ਦਾਤ ਦਿੱਤੀ ਹੈ? ਕਿ ਸਚਿਆਰਾ ਹੋਈਏ ਕਿ ਸਚਿਆਰ ਹੋਵੋ। ਗੁਰੂ ਨੇ ਇੱਕ ਵਿਚਾਰਧਾਰਾ ਦੀ ਦਾਤ ਦਿੱਤੀ ਹੈ, ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ ਆਦਿ। ਗੁਰੂ ਨੇ ਇੱਕ ਵੇ ਆਫ ਲਾਈਫ ਦਿੱਤਾ ਹੈ, ਤੇ ਜੇ ਇਸ ਵੇ ਆਫ ਲਾਈਫ ਨੂੰ ਅਸੀਂ ਅਪਣਾਈਏ, ਇਸ ਵੇ ਆਫ ਲਾਈਫ ਦੇ ਵਿੱਚੋਂ ਸੁਖ ਪੈਦਾ ਹੋਏਗਾ। ਤੇ ਉਹ ਸੁਖ ਨੇ ਘਟਣਾ ਨਹੀਂ ਹੈ ਕਿ ਅੱਜ ਸੱਚ ਬੋਲਿਆ ਤੇ ਕੱਲ ਨੂੰ ਹੁਣ ਸੱਚ ਬੋਲਣ ਦਾ ਸੁਖ ਨਹੀਂ ਮਿਲਣਾ। ਇਹ ਸੱਚ ਵਧੇਗਾ, ਇਹ ਪ੍ਰੇਮ ਵਧੇਗਾ, ਦਇਆ ਵੱਧਦੀ ਜਾਏਗੀ, ਘਟੇਗੀ ਨਹੀਂ। ਇਹ ਸੁਖ ਦਿਨ ਪ੍ਰਤੀ ਦਿਨ ਹੋਰ ਵੱਧਦਾ ਚਲਾ ਜਾਏਗਾ। ਜਿਵੇਂ ਜਿਵੇਂ ਮੇਰੀ ਜ਼ਿੰਦਗੀ ਵਿੱਚ ਜੇ ਗੁਣ ਨੇ, ਮੇਰੇ ਜੀਵਨ ਵਿੱਚ ਸੁਖ, ਤੇ ਮੇਰੇ ਨਾਲ ਲੱਗ ਕੇ ਕਿਸੇ ਹੋਰ ਦੇ ਜੀਵਨ ਵਿੱਚ ਗੁਣ ਆਏ, ਉਹਦੇ ਜੀਵਨ ਵਿੱਚ ਸੁਖ, ਇਹ ਪੂਰੇ ਸੰਸਾਰ ਦੇ ਅੰਦਰ ਫੈਲ ਸਕਦਾ ਹੈ। ਪਰਸਨਲੀ ਤੌਰ ਤੇ ਵੀ ਇਹ ਸੁਖ ਹਰ ਰੋਜ਼ ਵਧੇਗਾ, ਔਰ ਫੈਮਿਲੀ ਦੇ ਅੰਦਰ ਵੀ ਜੇ ਗੁਣ ਧਾਰਨ ਲੋਕ ਕਰਨਗੇ ਤਾਂ ਪਰਿਵਾਰਕ ਸੁਖ ਵੀ ਵਧੇਗਾ, ਔਰ ਜੇ ਕਮਿਊਨਿਟੀ ਦੇ ਅੰਦਰ, ਸਮਾਜ ਦੇ ਅੰਦਰ ਲੋਕ ਇਹਨਾਂ ਗੁਣਾਂ ਦੇ ਧਾਰਨੀ ਹੋਣਗੇ, ਤਾਂ ਇਹ ਜਿਹੜਾ ਦਾਨ ਹੈ, ਇਹ ਜਿਹੜੀ ਵਡਿਆਈ ਹੈ ਜਾਂ ਬਖਸ਼ਿਸ਼ ਹੈ, ਗੁਣ ਨੇ, ਗੁਣਾਂ ਰਾਹੀਂ ਉਪਜਿਆ ਸੁਖ ਹੈ, ਇਹ ਸਵਾਇਆ ਸਵਾਇਆ ਵੱਧਦਾ ਚਲਾ ਜਾਏਗਾ। ਹੁਣ ਇਹ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਆਪਣੇ ਸੁਖ ਨੂੰ ਵਧਾਉਣਾ ਚਾਹੁੰਦੇ ਹਾਂ, ਸੁਖੀ ਰਹਿਣਾ ਚਾਹੁੰਦੇ ਹਾਂ, ਕਿ ਜਾਂ ਕਿ ਅਸੀਂ ਦੁਖੀ ਜ਼ਿੰਦਗੀ ਜੀਣਾ ਚਾਹੁੰਦੇ ਹਾਂ। ਡਿਪੈਂਡ ਬੰਦੇ ਤੇ ਖੁਦ ਕਰੇਗਾ ਕਿ ਉਹ ਕੀ ਸੋਚਦਾ ਹੈ, ਕੀ ਉਹਦੀ ਚੁਆਇਸ ਹੈ। ਕੋਈ ਨਿੰਦਕ, ਇੱਥੇ ਥੋੜਾ ਜਿਹਾ ਰੁਕਾਂਗੇ, ਵਡਿਆਈ ਦੇਖ ਨਾ ਸਕੈ ਸੋ ਕਰਤੈ ਆਪ ਪਚਾਇਆ। ਪਚਾਇਆ ਦਾ ਮਤਲਬ ਸਾੜਿਆ, ਖਪਾਇਆ, ਦੁਖੀ ਹੋਣਾ। ਪਚਨ ਦਾ ਮਤਲਬ ਸੜਨਾ, ਦੁਖੀ ਹੋਣਾ। ਦੇਖ ਨਾ ਸਕੈ, ਦੇਖ ਨਾ ਸਕੈ ਦਾ ਮਤਲਬ ਜਿਹੜਾ ਵਡਿਆਈ ਨੂੰ ਵੇਖ ਕੇ ਸਹਾਰ ਨਹੀਂ ਸਕਦਾ। ਕਰਤੇ ਦਾ ਮਤਲਬ ਕਰਤਾਰ ਨੇ, ਪਚਾਇਆ ਦਾ ਮਤਲਬ ਸਾੜਿਆ। ਹੁਣ ਜਿਹੜਾ ਕੋਈ ਨਿੰਦਕ ਇਹੋ ਜਿਹੇ ਹਰੀ ਦੇ ਦਾਸ ਦੀ ਵਡਿਆਈ ਵੇਖ ਕੇ ਜਰ ਨਹੀਂ ਸਕਦਾ, ਜਰ ਨਹੀਂ ਸਕਦਾ, ਤੇ ਉਹ ਈਰਖਾ ਕਰਦਾ ਹੈ, ਰੱਬ ਦੇ ਪਿਆਰੇ ਦੀ ਨਿੰਦਿਆ ਕਰਦਾ ਹੈ, ਉਹਦੇ ਵਿਰੋਧ ਵਿੱਚ ਬੋਲਦਾ ਹੈ, ਖਾਮਖਾ ਬਦਖੋਈ ਕਰਦਾ ਹੈ, ਸੋ ਕਰਤੇ ਆਪ ਪਚਾਇਆ, ਰੱਬ ਨੇ ਉਹਨੂੰ ਆਪ ਸਾੜਿਆ ਹੈ। ਹੁਣ ਆਪ ਸਾੜਨ ਦਾ ਮਤਲਬ ਇਹ ਨਹੀਂ ਕਿ ਰੱਬ ਆਣ ਕੇ ਉੱਤੇ ਪੈਟਰੋਲ ਪਾ ਕੇ ਅੱਗ ਲਾਏਗਾ। ਸਾੜਨ ਦਾ ਮਤਲਬ ਹੈ ਕਿ ਉਹ ਬੰਦਾ ਰੱਬੀ ਸਿਸਟਮ ਦੇ ਅੰਦਰ ਈਰਖਾ ਦੀ ਅੱਗ ਵਿੱਚ ਹਮੇਸ਼ਾ ਸੜਦਾ ਰਹੇ।
ਰੱਬੀ ਹੁਕਮ ਦੇ ਅੰਦਰ, ਸਿਸਟਮ ਦੇ ਅੰਦਰ ਈਰਖਾ ਦੀ ਅੱਗ ਵਿੱਚ ਸੜ ਰਿਹਾ ਹੈ। ਹੁਣ ਦੇਖੋ, ਇਹੀ ਸਜ਼ਾ ਹੈ ਕਿ ਮੈਂ ਪ੍ਰੇਮ ਵਾਲੀ ਜ਼ਿੰਦਗੀ ਜੀ ਸਕਦਾ ਹਾਂ, ਆਪਣੇ ਪਰਿਵਾਰ ਵਿੱਚ ਵੀ, ਸਮਾਜ ਵਿੱਚ ਵੀ। ਅਸੀਂ ਸਾਰੇ ਪ੍ਰੇਮ ਵਾਲੀ ਜ਼ਿੰਦਗੀ ਜੀ ਸਕਦੇ ਹਾਂ, ਇੱਕ ਦੂਜੇ ਨਾਲ ਪਿਆਰ ਕਰ ਸਕਦੇ ਹਾਂ। ਔਰ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਬੜੇ ਪਿਆਰ ਦੇ ਨਾਲ ਰਹਿ ਰਹੇ ਨੇ। ਪਰ ਮੈਂ ਇਸ ਦੁਨੀਆ ਦੇ ਅੰਦਰ ਈਰਖਾ ਆਪਣੇ ਅੰਦਰ ਪੈਦਾ ਕਰਕੇ ਈਰਖਾ ਦੀ ਅੱਗ ਵਿੱਚ ਸੜ ਰਿਹਾ ਹਾਂ। ਜਿਹਦੇ ਅੰਦਰ ਜੈਲਸੀ ਹੋਏਗੀ ਨਾ, ਉਹ ਹਮੇਸ਼ਾ ਸੜਦਾ ਹੀ ਰਹੇਗਾ। ਇਹੀ ਅੱਗ ਹੈ। ਦੂਜੇ ਨੰਬਰ ਤੇ ਲੋਕ ਵੀ ਉਹਦੇ ਖਿਲਾਫ ਬੋਲਣਗੇ, ਉਹਦੀ ਨਮੋਸ਼ੀ ਵੀ ਹੋਏਗੀ। ਤਾਂ ਉਹ ਅਵਗੁਣਾਂ ਦੇ ਵਿੱਚ, ਈਰਖਾ ਦੀ ਅੱਗ ਦੇ ਅੰਦਰ ਹਮੇਸ਼ਾ ਸੜਦਾ ਰਹਿੰਦਾ ਹੈ। ਜੇ ਕੋਈ ਗੁਰੂ ਦੀ ਵਡਿਆਈ ਨੂੰ ਵੇਖ ਨਹੀਂ ਸਕਦਾ, ਜੇ ਕੋਈ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲੇ ਚੰਗੇ ਪੁਰਸ਼ਾਂ ਦੀ ਵਡਿਆਈ ਨੂੰ, ਉਹਦੀ ਸਿਫਤ ਨੂੰ, ਉਹਦੇ ਸੁੱਖ ਨੂੰ ਜਰ ਨਹੀਂ ਸਕਦਾ, ਈਰਖਾ ਕਰਦਾ ਹੈ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਰੱਬ ਨੇ ਆਪ ਉਹਨੂੰ ਈਰਖਾ ਦੇ ਭਾਂਬੜ ਦੇ ਵਿੱਚ ਪਾਇਆ ਹੋਇਆ ਹੈ, ਸਿਸਟਮ ਦੇ ਅੰਦਰ। ਉਹ ਈਰਖਾ ਦੀ ਅੱਗ ਵਿੱਚ ਸੜਦਾ ਰਹੇਗਾ। ਜਨ ਨਾਨਕ ਗੁਣ ਬੋਲੇ ਕਰਤੇ ਕੇ, ਭਗਤਾਂ ਨੂੰ ਸਦਾ ਰੱਖਦਾ ਆਇਆ। ਇੱਥੇ ਭਗਤਾਂ ਨਹੀਂ ਬੋਲਣਾ, ਬਿੰਦੀ ਲਾ ਕੇ ਪਾਠ ਕਰਾਂਗੇ ਭਗਤਾਂ, ਕਿਉਂਕਿ ਬਹੁਵਚਨੀ ਸ਼ਬਦ ਹੈ। ਜੇ ਭਗਤਾ ਬੋਲਾਂਗੇ ਤਾਂ ਸੰਬੋਧਨ ਵਾਚਕ ਸਿੰਗੂਲਰ ਸ਼ਬਦ ਹੋ ਜਾਏਗਾ। ਜਨ ਨਾਨਕ, ਇੱਥੇ ਦਾਸ ਨਾਨਕ, ਕਿਉਂਕਿ ਜਨ ਦੇ ਨੰਨੇ ਥੱਲੇ ਵੀ ਔਂਕੜ ਹੈ, ਨਾਨਕ ਦੇ ਕੱਕੇ ਥੱਲੇ ਵੀ ਔਂਕੜ ਹੈ, ਤਾਂ ਜੈਸੀ ਨਾਉਨ ਹੋਏਗੀ ਵੈਸਾ ਹੀ ਉਹਦਾ ਵਿਸ਼ੇਸ਼ਣ ਹੋਏਗਾ। ਨਾਨਕ ਸਿੰਗੂਲਰ ਹੈ ਔਰ ਮੇਲ ਜੈਂਡਰ ਹੈ, ਇਸ ਲਈ ਜਨ ਜਿਹੜਾ ਵਿਸ਼ੇਸ਼ਣ ਹੈ ਉਹ ਵੀ ਮੇਲ ਜੈਂਡਰ ਔਰ ਸਿੰਗੂਲਰ ਹੈ। ਜਨ ਨਾਨਕ ਗੁਣ ਬੋਲੇ ਕਰਤੇ ਕੇ, ਗੁਰੂ ਜੀ ਕਹਿੰਦੇ ਨੇ ਮੈਂ ਦਾਸ ਨਾਨਕ ਸਿਰਜਣਹਾਰ ਦੇ ਗੁਣ ਗਾਉਂਦਾ ਹਾਂ, ਗੁਣਾਂ ਦੀ ਗੱਲ ਕਰਦਾ ਹਾਂ। ਭਗਤਾਂ ਨੂੰ ਸਦਾ ਰੱਖਦਾ ਆਇਆ, ਉਹ ਆਪਣੇ ਭਗਤਾਂ ਦੀ ਸਦਾ ਰਾਖੀ ਕਰਦਾ ਆਇਆ ਹੈ। ਭਗਤਾਂ ਦੇ ਆਤਮਿਕ ਜੀਵਨ ਦੀ ਰਾਖੀ ਪ੍ਰਭੂ ਆਪ ਕਰਦਾ ਹੈ। ਤੇ ਇੱਥੇ ਕੁਝ ਪਰਮਾਊ ਅਰਥ ਹੋ ਸਕਦੇ ਨੇ ਭਗਤ ਸ਼ਬਦ ਵਾਸਤੇ, ਕਿ ਭਗਤ ਉਹ ਹੈ ਜੋ ਸੰਸਾਰ ਦਾ ਤਿਆਗ ਕਰ ਗਿਆ ਹੈ, ਜੋ ਮਾਲਾ ਫੇਰਦਾ ਹੈ, ਜੋ ਸਮਾਧੀਆਂ ਲਾਉਂਦਾ ਹੈ, ਉਹ ਭਗਤ ਹੈ। ਐਸਾ ਨਹੀਂ ਹੈ। ਭਗਤ ਸ਼ਬਦ ਵਾਸਤੇ ਜਿਵੇਂ ਆਪਾਂ ਕਲਾਸ ਵਿੱਚ ਪਹਿਲਾਂ ਵੀ ਮੈਂ ਬੇਨਤੀ ਕੀਤੀ ਸੀ ਕਿ ਬਾਬਾ ਫਰੀਦ ਜੀ ਦਾ ਇੱਕ ਸ਼ਲੋਕ ਪੱਕੇ ਤੌਰ ਤੇ ਹੀ ਪੱਕਾ ਕਰ ਲਓ। ਉਹ ਸ਼ਲੋਕ ਹੈ, ਮਤ ਹੁੰਦੀ ਹੋਏ ਇਆਣਾ ਭਗਤ ਕੌਣ ਹੈ। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣਹੋਂਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਜਿਹਦੇ ਕੋਲ ਗਿਆਨ ਹੈ ਲੇਕਿਨ ਉਹ ਗਿਆਨ ਦਾ ਮਿਸਯੂਜ ਨਹੀਂ ਕਰਦਾ, ਜਿਹਦੇ ਕੋਲ ਤਾਕਤ ਹੈ ਪਰ ਤਾਕਤ ਦਾ ਉਹ ਮਿਸਯੂਜ ਕਰਕੇ ਦੂਜਿਆਂ ਨੂੰ ਤੰਗ ਨਹੀਂ ਕਰਦਾ, ਜਿਹਦੇ ਕੋਲ ਆਪ ਕੁਝ ਵੀ ਨਹੀਂ ਹੈ ਲੇਕਿਨ ਫਿਰ ਵੀ ਜੇ ਦੁੱਖ ਦੇ ਅੰਦਰ ਕੁਝ ਵੰਡਣਾ ਪੈਂਦਾ ਹੈ, ਅਣਹੋਂਦ ਦੇ ਅੰਦਰ ਵੀ ਵੰਡ ਕੇ ਖਾਂਦਾ ਹੈ, ਦੂਜਿਆਂ ਦੀ ਹੈਲਪ ਕਰਦਾ ਹੈ, ਉਹ ਬੰਦਾ ਭਗਤ ਹੈ। ਤੇ ਉਹਨਾਂ ਦੇ ਆਤਮਿਕ ਜੀਵਨ ਦੀ ਰਾਖੀ ਰੱਬ ਆਪ ਕਰ ਰਿਹਾ ਹੈ। ਐਸੇ ਬੰਦੇ ਕਦੇ ਆਤਮਿਕ ਮੋਤੇ ਨਹੀਂ ਮਰਦੇ, ਉਹਨਾਂ ਦੇ ਆਤਮਿਕ ਜੀਵਨ ਦੀ ਰਾਖੀ ਰੱਬ ਆਪ ਕਰ ਰਿਹਾ ਹੈ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਦਾਸ ਨਾਨਕ ਪ੍ਰਭੂ ਦੇ ਗੁਣ ਬੋਲਦਾ ਹੈ, ਗੁਣਾਂ ਦਾ ਧਾਰਨੀ ਹੈ, ਗੁਣਾਂ ਦੀ ਗੱਲ ਕਰਦਾ ਹੈ, ਕਿਉਂਕਿ ਪ੍ਰਭੂ ਜਿਹੜਾ ਹੈ ਆਪ ਆਪਣੇ ਪਿਆਰਿਆਂ ਦੀ ਰਾਖੀ ਕਰਦਾ ਹੈ ਆਤਮਿਕ ਜੀਵਨ ਦੀ। ਉਹਨਾਂ ਨੂੰ ਆਤਮਿਕ ਮੌਤੇ ਰੱਬ ਨੇ ਕਦੇ ਮਰਨ ਨਹੀਂ ਦਿੱਤਾ। ਔੜੀ ਤੂੰ ਸਾਹਿਬ ਅਗਮ ਦਇਆਲ ਹੈ, ਵੱਡ ਦਾਤਾ ਦਾਣਾ। ਇਹ ਸ਼ਬਦ ਨੂੰ ਹੈ ਨਹੀਂ ਪੜਨਾ, ਜੇ ਹੈ ਪੜਾਂਗੇ ਤੇ ਥਰਡ ਪਰਸਨ ਦੀ ਗੱਲ ਹੋ ਜਾਏਗੀ, ਪਾਸਟ ਟੈਂਸ, ਜਾਂ ਥਰਡ ਪਰਸਨ ਦੀ ਵੈਸੀ ਗੱਲ ਹੋ ਜਾਏਗੀ। ਪਰ ਇੱਥੇ ਸੈਕੰਡ ਪਰਸਨ ਦੇ ਨਾਲ ਗੱਲ ਕੀਤੀ ਜਾ ਰਹੀ ਹੈ, ਡਾਇਰੈਕਟ ਰੱਬ ਦੇ ਨਾਲ ਗੱਲ ਹੋ ਰਹੀ ਹੈ, ਇਸ ਲਈ ਹੈ ਸ਼ਬਦ ਬੋਲਾਂਗੇ। ਹੈ ਤੂੰ ਸਾਹਿਬ ਅਗੰਮ ਦਇਆਲ ਹੈ, ਵੱਡ ਦਾਤਾ ਦਾਣਾ। ਅਗੰਮ ਦਾ ਮਤਲਬ ਅਪਹੁੰਚ, ਜੋ ਸਾਡੀ ਪਹੁੰਚ ਤੋਂ ਪਰੇ ਹੈ। ਦਇਆਲ ਦਾ ਮਤਲਬ ਦਇਆ ਦਾ ਘਰ, ਦਇਆ ਆਲੇ, ਦਇਆ ਦਾ ਘਰ। ਦਾਤਾ ਦਾ ਮਤਲਬ ਦਾਤਾਂ ਦੇਣ ਵਾਲਾ, ਤੇ ਦਾਣਾ ਸ਼ਬਦ ਬਣਿਆ ਹੈ ਦਾਨਾ ਤੋਂ। ਦਾਨਾ ਦਾ ਮਤਲਬ ਹੁੰਦਾ ਹੈ ਸਿਆਣਾ, ਇੱਥੇ ਦਾਣਾ ਦਾ ਮਤਲਬ ਸਿਆਣਾ ਹੈ। ਕਿ हे ਪ੍ਰਭੂ, हे ਮਾਲਕ, ਤੂੰ ਅਪਹੁੰਚ ਔਰ ਦਇਆਲ ਮਾਲਕ ਹੈ, ਵੱਡਾ ਦਾਤਾ ਹੈ ਤੇ ਸਿਆਣਾ ਹੈ। ਹੁਣ ਇਹਨਾਂ ਚੀਜ਼ਾਂ ਦੇ ਉੱਤੇ ਅਸਾਂ
थोड़ी जी विचार भी करनी है और अमल भी करना है। रब अपहुंच क्यों है, साडी पहुंच विच क्यों नहीं? यानी एक ਤਾਂ ਅਨੰਤ ਹੈ, ਅਸੀਂ ਉਹਦਾ ਅੰਤ ਨਹੀਂ ਪਾ ਸਕਦੇ, ਇਹ ਤਾਂ ਗੱਲ ਹੈ ਹੀ ਹੈ। ਪਰ ਜਦੋਂ ਸਰਬ ਵਿਆਪਕ ਹੈ, ਘਟ ਘਟ ਮੈਂ ਹਰਜੂ ਬਸੇ, ਤਾਂ ਫਿਰ ਸਾਡੇ ਤੋਂ ਅਪਹੁੰਚ ਕਿਵੇਂ ਹੈ? ਉਹਦਾ ਰੀਜ਼ਨ ਸਿਰਫ ਇੰਨਾ ਹੈ ਕਿ ਸਾਡੇ ਅੰਦਰ ਰੱਬੀ ਗੁਣ ਮੌਜੂਦ ਨੇ। ਇਹ ਅਸੀਂ ਕੋਈ ਨਹੀਂ ਕਹਿ ਸਕਦੇ ਕਿ ਸਾਡੇ ਵਿੱਚ ਨਹੀਂ। ਅਪਹੁੰਚ ਤਾਂ ਨੇ ਕਿਉਂਕਿ ਅਸੀਂ ਉਹਨਾਂ ਗੁਣਾਂ ਨੂੰ ਵਰਤ ਨਹੀਂ ਰਹੇ। ਸਾਡੇ ਅੰਦਰ ਸੱਚਾਈ ਹੈ, ਪਰ ਸਾਡੇ ਵਿੱਚ ਸੱਚਾਈ ਹੁੰਦਿਆਂ ਸਾਡੇ ਤੋਂ ਅਪਹੁੰਚ ਹੈ, ਕਿਉਂਕਿ ਸਾਡੀ ਪਹੁੰਚ ਹੀ ਨਹੀਂ, ਅਸੀਂ ਸੱਚ ਬੋਲਦੇ ਨਹੀਂ। ਸਾਡੇ ਅੰਦਰ ਪਿਆਰ ਹੈ, ਠਾਠਾ ਮਾਰ ਰਿਹਾ ਹੈ, ਅੰਦਰ ਸਾਗਰ ਭਰਿਆ ਹੈ ਪਿਆਰ ਦਾ ਮਨੁੱਖਤਾ ਵਾਸਤੇ। ਜੇ ਅਸੀਂ ਪਿਆਰ ਕਰੀਏ ਤਾਂ ਕਰ ਸਕਦੇ ਹਾਂ, ਰੱਬ ਨਾਲ, ਗੁਰੂ ਨਾਲ, ਮਨੁੱਖਤਾ ਨਾਲ, ਸੰਸਾਰ ਨਾਲ। ਪਰ ਸਾਡੀ ਪਹੁੰਚ ਹੀ ਈਰਖਾ ਤੱਕ, ਜੈਲਸੀ ਤੱਕ, ਅਸੀਂ ਪਿਆਰ ਤੱਕ ਪਹੁੰਚੇ ਨਹੀਂ, ਅਸੀਂ ਵਰਤੇ ਹੀ ਨਹੀਂ। ਇਸ ਕਰਕੇ ਅੰਦਰ ਹੁੰਦਾ ਵੀ ਅਪਹੁੰਚ ਹੀ ਹੈ ਨਾ। ਦਇਆਲ ਰੱਬ ਦਇਆ ਦਾ ਸਾਗਰ ਹੈ, ਰੱਬ ਕੁਦਇਆ ਕਰਦਾ ਹੀ ਨਹੀਂ, ਤੇ ਉਹ ਦਇਆ ਦਾ ਸਾਗਰ ਵੀ ਸਾਡੇ ਅੰਦਰ ਹੈ। ਪਰ ਬੰਦਾ ਬੰਦੇ ਤੇ ਹੀ ਦਇਆ ਨਹੀਂ ਕਰ ਰਿਹਾ। ਰੀਜਨ ਕਿ ਉਸ ਦਇਆ ਨੂੰ ਇਹ ਵਰਤ ਹੀ ਨਹੀਂ ਰਿਹਾ, ਕਠੋਰਤਾ ਨੂੰ ਵਰਤ ਰਿਹਾ ਹੈ। ਅਨਾਣਿਆਂ ਤੇ ਕਠੋਰਤਾ, ਪਤਨੀ ਤੇ ਕਠੋਰਤਾ, ਪਤੀ ਤੇ ਕਠੋਰਤਾ, ਦਇਆ ਭਾਵ ਹੀ ਨਹੀਂ ਅੰਦਰ ਹੈ। ਔਰ ਹਕੀਕਤ ਹੈ, ਇਹ ਗੱਲਾਂ ਬਾਰ-ਬਾਰ ਕਹਿਣੀਆਂ ਪੈਂਦੀਆਂ ਨੇ ਕਿ ਕਿੰਨਾ ਕਠੋਰ ਬੰਦਾ ਹੋ ਗਿਆ ਕਿ ਜੋ ਅੱਜ ਮੌਤ ਦੇ ਤਾਂਡਵ ਦੇ ਅੰਦਰ ਵੀ ਇਸ ਮਨੁੱਖਤਾ ਤੋਂ ਪੈਸੇ ਆਦਿਕ ਦਾ ਲਾਭ ਉਠਾਉਣਾ ਚਾਹ ਰਿਹਾ ਹੈ। ਖਾਸ ਕਰਕੇ ਜਿਨ੍ਹਾਂ ਹਸਪਤਾਲਾਂ ਦੀਆਂ ਵੀਡੀਓਜ਼ ਰਿਲੀਜ਼ ਹੋ ਰਹੀਆਂ ਨੇ ਜਾਂ ਹੋਰ ਐਸੇ ਲੋਕਾਂ ਦੀਆਂ, ਤਾਂ ਕਿੰਨੀ ਸ਼ਰਮ ਵਾਲੀ ਗੱਲ ਹੈ। ਚਾਹੀਦੀ ਹੈ ਅੰਦਰ ਦਇਆ ਹੋਵੇ। ਜੇ ਬੰਦਾ ਇਸ ਦਇਆ ਨੂੰ ਯੂਜ਼ ਕਰੇ ਨਾ, ਹਿੰਦੂ, ਮੁਸਲਮਾਨ, ਸਿੱਖ, ਈਸਾਈ ਜੋ ਵੀ ਇਸ ਦੁਨੀਆ ਉੱਤੇ ਹੈ, ਤਾਂ ਫਿਰ ਬੰਦਾ ਦੂਜੇ ਦੀ ਸੇਵਾ ਕਰੇਗਾ, ਦੂਜੇ ਦਾ ਸਹਿਯੋਗ ਕਰੇਗਾ। ਤੇ ਜਦੋਂ ਅਸੀਂ ਦਇਆ ਕਰਾਂਗੇ, ਸਹਿਯੋਗ ਕਰਾਂਗੇ, ਸਾਡੀ ਜ਼ਿੰਦਗੀ ਵਿੱਚ ਸ਼ਾਂਤੀ ਆਏਗੀ। ਵੱਡਾ ਦਾਤਾ ਹੈ, ਦਾਤਾਂ ਦੇਣ ਵਾਲਾ ਹੈ, ਉਹਦੀ ਇਸ ਸ੍ਰਿਸ਼ਟੀ ਦੇ ਅੰਦਰ ਕਦੇ ਵੀ ਕਿਸੇ ਸ਼ੈ ਦੀ ਕਮੀ ਨਹੀਂ ਆਉਣੀ ਨਾ। ਸਾਨੂੰ ਵੀ ਉਹ ਦਾਤਾਂ ਦੇਈ ਜਾ ਰਿਹਾ ਹੈ, ਰੋਜ਼ ਜੀਵਨ ਮਿਲ ਰਿਹਾ ਹੈ, ਸਾਡੇ ਅੰਦਰ ਗੁਣ ਪੈਦਾ ਕਰ ਰਿਹਾ ਹੈ, ਪਰ ਅਸੀਂ ਨਹੀਂ ਵਰਤ ਰਹੇ, ਉਹ ਗੱਲ ਵੱਖਰੀ ਹੈ। ਦਾਣਾ ਦਾ ਮਤਲਬ ਸਿਆਣਾ। ਇਸ ਕੁਦਰਤ ਵੱਲ ਜਦੋਂ ਝਾਤ ਮਾਰੋਗੇ ਤੇ ਇੱਥੇ ਕੋਈ ਕਮੀ ਨਹੀਂ ਨਜ਼ਰ ਆਏਗੀ। ਕਿੰਨੇ ਸਿਸਟਮ ਦੇ ਅੰਦਰ ਸਾਰਾ ਸੰਸਾਰ ਕੰਮ ਕਰ ਰਿਹਾ ਹੈ, ਕਿੰਨੀ ਸਿਆਣਪ ਦੇ ਨਾਲ ਹਰ ਚੀਜ਼ ਹੋ ਰਹੀ ਹੈ। ਤੁਸੀਂ ਫੁੱਲ ਦੇਖੋਗੇ ਨਾ, ਇੱਕ ਲਾਈਨ ਦੇ ਅੰਦਰ ਫੁੱਲ ਲਗਾਏ ਨੇ, ਹਰ ਇੱਕ ਬੀਜ ਵੱਖਰੇ ਵੱਖਰੇ ਸਿਸਟਮ ਕਿਸਮ ਦਾ ਹੈ। ਤਾਂ ਇੱਕੋ ਹੀ ਜ਼ਮੀਨ ਦੇ ਅੰਦਰ ਕਿਤੇ ਫੁੱਲ ਪੀਲੇ ਨੇ, ਕਿਤੇ ਲਾਲ ਨੇ, ਕਿਤੇ ਗੁਲਾਬੀ ਨੇ, ਕਿਤੇ ਕਾਲੇ ਨੇ। ਫਿਰ ਉਹਨਾਂ ਦੇ ਅੰਦਰ ਕਿੰਨੀ ਸੋਹਣੀ ਸ਼ੇਡ ਹੈ, ਕਿੰਨੀ ਸੋਹਣੀ ਡਿਜ਼ਾਈਨਿੰਗ ਹੈ। ਇੰਝ ਜਾਪਦਾ ਹੈ ਕਿ ਜਿਵੇਂ ਅੰਦਰ ਕੋਈ ਸਿਆਣਾ ਬੈਠਾ ਡਿਜ਼ਾਈਨ ਕਰੀ ਜਾ ਰਿਹਾ ਨਾ। ਹਰ ਚੀਜ਼ ਕਿੰਨੇ ਸਿਸਟਮ ਦੇ ਅੰਦਰ, ਚਾਹੇ ਉਹ ਪੌਣ ਹੈ, ਪਾਣੀ ਹੈ, ਧਰਤੀ ਹੈ, ਚੰਦਰਮਾ ਹੈ। ਅਸੀਂ ਜੇ ਆਕਾਸ਼ ਮੰਡਲ ਵੱਲ ਝਾਤ ਮਾਰੀਏ, ਕਿੰਨੇ ਸਾਰੇ ਗ੍ਰਹਿ, ਨਕਸ਼ਤਰ, ਤਾਰੇ ਆਕਾਸ਼ ਦੇ ਅੰਦਰ ਭੁਆਂਟਲੀਆਂ ਲੈ ਰਹੇ ਨੇ, ਲੇਕਿਨ ਸਿਸਟਮ ਦੇ ਅੰਦਰ ਨੇ ਕੋਈ ਟਕਰਾਅ ਨਹੀਂ ਰਿਹਾ, ਕੋਈ ਕੁਛ ਨਹੀਂ। ਕਿੰਨੀ ਸਿਆਣਪ ਹੈ ਨਾ। ਉਹ ਸਿਆਣਪ ਸਾਡੇ ਅੰਦਰ ਵੀ ਹੈ, ਉਹ ਸਿਸਟਮ ਸਾਡੇ ਅੰਦਰ ਵੀ ਹੈ। ਔਰ ਹਰ ਬੰਦਾ ਇਸ ਸਿਆਣਪ ਨੂੰ ਵਰਤ ਸਕਦਾ ਹੈ, ਗਿਆਨ ਵਰਤ ਸਕਦਾ ਹੈ। ਪਰ ਬੰਦਾ ਇਸ ਗਿਆਨ ਨੂੰ ਸਹੀ ਢੰਗ ਦੇ ਨਾਲ ਯੂਜ਼ ਨਹੀਂ ਕਰਦਾ, ਗਲਤ ਯੂਜ਼ ਕਰਦਾ ਹੈ। ਅੰਗੂਰਾਂ ਦੀ ਦਵਾਈ ਬਣਾਉਣ ਦੀ ਬਜਾਏ ਸ਼ਰਾਬ ਬਣਾ ਲੈਂਦਾ ਹੈ, ਸੱਚ ਦੀ ਬਜਾਏ ਝੂਠ ਬੋਲਣਾ ਸ਼ੁਰੂ ਕਰ ਲੈਂਦਾ ਹੈ। ਗਿਆਨ ਦੇ ਨਾਲ ਸੰਸਾਰ ਵਿੱਚ ਇਮਾਨਦਾਰੀ ਪੈਦਾ ਕਰਨੀ ਸੀ, ਪਰ ਇਸੇ ਗਿਆਨ ਨੂੰ ਉਹ ਰਿਸ਼ਵਤਖੋਰੀ, ਚੋਰ ਬਜ਼ਾਰੀ ਵਾਸਤੇ ਵਰਤ ਲੈਂਦਾ ਹੈ। ਸਿਆਣਾ ਤੇ ਅੰਦਰ ਬੈਠਾ ਹੈ, ਸਿਆਣਪ ਦੇ ਤੇ ਅੰਦਰ ਭੰਡਾਰ ਭਰੇ ਪਏ ਨੇ, ਪਰ ਵਰਤਨ ਦੀ ਲੋੜ ਹੈ ਨਾ। हे ਪ੍ਰਭੂ, ਤੂੰ ਮਾਲਕ ਹੈ, अपहुंच है, दयाल है, ਵੱਡਾ ਦਾਤਾ ਹੈ, ਔਰ ਤੂੰ ਮਹਾਨ ਵੱਡਾ ਸਿਆਣਾ ਹੈ। ਤੇਰੀ ਇਸ ਰਚਨਾ ਦੇ ਅੰਦਰ ਕੋਈ ਵੀ ਕਮੀ ਨਹੀਂ ਹੈ। ਤੁਧ ਜੀਵਟ, ਇੱਥੇ ਵਿਸਰਾਮ ਲਗਾਵਾਂਗੇ। ਮੈਂ ਹੋਰ ਕੋ ਦਿਸ ਨਾ ਆਵਈ, ਇੱਥੇ ਵਿਸਰਾਮ ਲਾਵਾਂਗੇ। ਤੂੰ ਹੈ ਸੁਘੜ ਜਾਂ ਸੁਘੜ, ਇੱਥੇ ਵਿਸਰਾਮ ਲਾਵਾਂਗੇ। ਮੇਰੇ ਮਨ ਭਾਣਾ, ਮੇਰੇ ਨਹੀਂ ਪੜਾਂਗੇ, ਮੇਰੇ। ਤੁਧ ਜੀਵਟ, ਮੈਂ ਹੋਰ ਕੋ ਦਿਸ ਨਾ ਆਵਈ, ਤੂੰ ਹੈ ਸੁਘੜ ਮੇਰੇ ਮਨ ਭਾਣਾ। ਸੁਘੜ ਦਾ ਮਤਲਬ ਸੋਹਣੀ ਕਾਰਤ ਵਾਲਾ, ਸੁਚੱਜਾ।
ਦਿਸ ਦਾ ਮਤਲਬ ਨਜ਼ਰ। ਮੈਨੂੰ ਤੇਰੇ ਜਿਹੜਾ ਵੱਡਾ ਹੋਰ ਕੋਈ ਵੀ ਨਜ਼ਰ ਹੀ ਨਹੀਂ ਪੈਂਦਾ। ਤੂੰ ਸਿਆਣਾ ਹੈ, ਮੇਰੇ ਮਨ ਭਾਣਾ ਦਾ ਮਤਲਬ ਤੂੰ ਮੈਨੂੰ ਪਿਆਰਾ ਲੱਗਦਾ, ਤੇਰੇ ਨਾਲ ਮੇਰੀ ਪ੍ਰੀਤ ਹੈ। ਤੇਰੇ ਵਰਗਾ ਮੈਨੂੰ ਹੋਰ ਕੋਈ ਵੱਡਾ ਦਿਖਾਈ ਨਹੀਂ ਦਿੰਦਾ ਕਿ ਤੇਰੇ ਵਰਗਾ ਵੱਡਾ, ਤੇਰੇ ਵਰਗਾ ਸਿਆਣਾ ਕੋਈ ਹੋਰ ਹੋਵੇ। ਹੇ ਮਾਲਕ, ਤੂੰ ਮੈਨੂੰ ਪਿਆਰਾ ਲੱਗਦਾ ਹੈ। ਰੱਬ ਦੇ ਗੁਣਾਂ ਨਾਲ ਪਿਆਰ, ਰੱਬ ਦੇ ਸਿਸਟਮ ਦੇ ਨਾਲ ਪਿਆਰ ਪਾਉਣਾ ਹੈ। ਤੇ ਰੱਬ ਵਰਗਾ ਇਸ ਦੁਨੀਆ ਵਿੱਚ ਹੋਰ ਕੋਈ ਨਹੀਂ ਹੈ, ਹੋਰ ਕੋਈ ਨਹੀਂ ਹੈ ਜਿਹੜਾ ਦਾਤਾਂ ਦੇ ਸਕਦਾ ਹੋਵੇ ਜਾਂ ਜਿਹੜਾ ਕੁਛ ਸਿਸਟਮ ਤੋਂ ਉਲਟ ਕਰ ਸਕਦਾ ਹੋਵੇ। ਕੋਈ ਦੇਵੀ, ਕੋਈ ਦੇਵਤਾ, ਕੋਈ ਬਾਬਾ, ਕੋਈ ਪੀਰ, ਕੋਈ ਜੰਤਰ, ਕੋਈ ਮੰਤਰ, ਕੋਈ ਤੰਤਰ ਰੱਬੀ ਹੁਕਮ ਤੋਂ ਬਾਹਰ ਕੁਛ ਨਹੀਂ ਕਰ ਸਕਦਾ। ਇਸ ਲਈ ਤੇਰੇ ਵਰਗਾ ਕੋਈ ਹੋਰ ਹੋਏ ਤਾਂ ਮੈਂ ਉਹਦੀ ਸਿਫਤ ਕਰਾਂ, ਮੈਂ ਉਹਦੇ ਨਾਲ ਪਿਆਰ ਪਾਵਾਂ। ਤੇਰੇ ਵਰਗਾ ਵੱਡਾ ਮਹਾਨ ਹੈ ਹੀ ਨਹੀਂ। ਇਸ ਸਿਸਟਮ ਨੂੰ ਜਦੋਂ ਅਸੀਂ ਗੌਰ ਦੇ ਨਾਲ ਤੱਕਦੇ ਹਾਂ ਤਾਂ ਕਿੰਨੀ ਇਹਦੇ ਅੰਦਰ ਸਿਆਣਪ ਅਸੀਂ ਕਹਿ ਲਈਏ ਜਾਂ ਕੋਈ ਵੀ ਸ਼ਬਦ ਵਰਤ ਲਈਏ, ਕਿੰਨਾ ਪਿਆਰਾ, ਹੈਰਾਨ ਕਰ ਦੇਣ ਵਾਲੀ, ਹਰ ਸ਼ੈ ਹੈਰਾਨ ਕਰ ਦੇਣ ਵਾਲੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਤੱਕਦੇ ਨੇ ਇਸ ਦੁਨੀਆ ਨੂੰ ਤਾਂ ਉਹ ਕਹਿੰਦੇ ਨੇ, ਹੇ ਮਾਲਕ, ਨਿੱਕੀ ਨਿੱਕੀ ਤੇਰੀ ਚੀਜ਼ ਜਿਹੜੀ ਹੈ ਨਾ, ਉਹ ਵੀ ਮੈਨੂੰ ਵਿਸਮਾਦ ਵਿੱਚ ਲੈ ਜਾਂਦੀ ਹੈ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ। ਇਸ ਲਈ ਇਹ ਮਾਲਕ, ਤੂੰ ਮੈਨੂੰ ਪਿਆਰਾ ਲੱਗਦਾ ਹੈ, ਤੂੰ ਹੀ ਸਿਆਣਾ ਹੈ, ਸੁਗੜ ਹੈ, ਤੇਰੇ ਵਰਗਾ ਕੋਈ ਹੋਰ ਨਹੀਂ। ਤੇ ਦੂਜੀ ਗੱਲ ਇਹ ਹੈ ਕਿ ਉਹ ਮੇਰੇ ਅੰਦਰ ਹੈ। ਤੀਜੀ ਗੱਲ ਇਹ ਹੈ ਕਿ ਮੈਂ ਉਹਦਾ ਹੀ ਰੂਪ ਹਾਂ, ਉਹਦੇ ਤੋਂ ਵੱਖਰਾ ਨਹੀਂ ਹਾਂ। ਮਨ ਤੋਂ ਜੋਤ ਸਰੂਪ ਹੈ। ਮੋਹ ਕੁਟੰਬ ਦਿਸ ਆਮਦਾ, ਸਭ ਚੱਲਣ ਹਾਰਾ ਆਮਦਾ। ਮੋਹ ਕੁਟੰਬ ਯਾਨੀ ਜੋ ਮੋਹ ਰੂਪ ਕੁਟੰਬ ਹੈ, ਮੋਹ ਦਾ ਇੱਕ ਪਰਿਵਾਰ ਹੈ। ਅਸੀਂ ਮੋਹ ਪਾਇਆ ਹੋਇਆ ਹੈ ਤੇ ਉਸ ਮੋਹ ਦੇ ਕਾਰਨ ਮੇਰਾ ਬੜਾ ਵੱਡਾ ਕੁਟੰਬ ਬਣਿਆ ਹੋਇਆ ਹੈ, ਖਲਾਰਾ ਖਿਲ ਰਿਹਾ ਹੋਇਆ ਹੈ, ਜਿਹਨੂੰ ਕਈ ਥਾਵਾਂ ਤੇ ਗੁਰਬਾਣੀ ਦੇ ਵਿੱਚ ਗਗਨ ਵੀ ਆਖਿਆ ਹੈ। ਤਾਗਾ ਟੂਟਾ ਗਗਨ ਬਿੰਸ ਗਿਆ, ਤੇਰਾ ਬੋਲਤ ਕਹਾਂ ਸਮਾਹੀ। ਕਿ ਜਦੋਂ ਮੋਹ ਦਾ ਧਾਗਾ, ਸਵਾਰਥ ਦਾ ਧਾਗਾ ਟੁੱਟਦਾ ਹੈ ਤਾਂ ਉਦੋਂ ਗਗਨ ਦਾ ਮਤਲਬ ਜਿਹੜਾ ਬਹੁਤ ਵੱਡਾ ਖਲਾਰਾ ਖਿਲਾਰਿਆ ਸੀ ਵਿਕਾਰਾਂ ਦਾ, ਉਹ ਸਾਰਾ ਖਤਮ ਹੋ ਜਾਂਦਾ ਹੈ। ਇੱਥੇ ਮੋਹ ਕੁਟੰਬ ਦਾ ਮਤਲਬ ਮੋਹ ਦੇ ਕਾਰਨ ਜਿੰਨੇ ਵੀ ਮੇਰੇ ਅੰਦਰ ਵਿਸ਼ੇ ਵਿਕਾਰ ਨੇ, ਜਿੰਨੀਆਂ ਵੀ ਮੇਰੀਆਂ ਲਾਲਸਾਵਾਂ ਨੇ, ਤ੍ਰਿਸ਼ਨਾਵਾਂ ਨੇ, ਦਿਸ ਆਮ ਦਾ ਜਿਹੜਾ ਵੀ ਮੋਹ ਰੂਪ ਕੁਟੰਬ ਦਿਖਾਈ ਦੇ ਰਿਹਾ ਹੈ, ਸਭ ਚੱਲਣਹਾਰਾ। ਚੱਲਣਹਾਰਾ ਦਾ ਮਤਲਬ ਬਿਨਸ ਜਾਣ ਵਾਲਾ ਹੈ, ਨਾਸ਼ਵਾਨ ਹੈ। ਆਵਣ ਜਾਣਾ ਦਾ ਮਤਲਬ ਆਉਣ ਵਾਲਾ ਤੇ ਜਾਣ ਵਾਲਾ ਹੈ, ਯਾਨੀ ਜੋ ਆਉਂਦਾ ਹੈ ਉਹ ਚਲਾ ਜਾਂਦਾ ਹੈ, ਜੋ ਜੰਮਦਾ ਹੈ ਉਹ ਮਰ ਜਾਂਦਾ ਹੈ। ਇੱਥੇ ਕੋਈ ਇਨਸਾਨ ਵੀ, ਕੋਈ ਸ਼ੈ ਵੀ ਸਦਾ ਥਿਰ ਨਹੀਂ ਹੈ। ਨਾ ਮੈਂ ਸदैव ਹਾਂ, ਨਾ ਤੁਸੀਂ ਸदैव ਹੋ। ਇੱਥੇ ਜੋ ਵੀ ਉਪਜਦਾ ਹੈ ਉਹ ਇੱਕ ਦਿਨ ਬਿਨਸਦਾ ਹੈ। ਨਿਕਾਸ, ਵਿਕਾਸ ਔਰ ਵਿਨਾਸ਼, ਇਹ ਤਿੰਨੇ ਚੀਜ਼ਾਂ ਲਗਾਤਾਰ ਚੱਲ ਰਹੀਆਂ ਨੇ। ਜਨਮ, ਜੀਵਨ ਔਰ ਮੌਤ, ਇਹ ਲਗਾਤਾਰ ਚੱਲ ਰਿਹਾ ਹੈ। ਜੋ ਵੀ ਆਇਆ ਹੈ ਉਹ ਚਲਾ ਜਾਏਗਾ, ਬੇਸ਼ੱਕ ਅੱਜ, ਬੇਸ਼ੱਕ ਕੱਲ। ਹੋ ਸਕਦਾ ਹੈ ਕੋਈ 100 ਸਾਲ ਜੀ ਲਵੇ, ਇਸ ਤੋਂ ਉੱਤੇ ਜੀ ਲੈ। ਗੁਰੂ ਜੀ ਕਹਿੰਦੇ ਨੇ ਜੇ ਕੋਈ ਹਜ਼ਾਰਾਂ ਸਾਲ ਵੀ ਜੀ ਲਵੇ ਫਿਰ ਵੀ ਮਰਨਾ ਤੇ ਪਵੇਗਾ। ਬਾਬਾ ਫਰੀਦ ਜੀ ਕਹਿੰਦੇ ਨੇ ਜੇ 100 ਵਰਿਆਂ ਜੀਵਣਾ ਧੀ ਤਨ ਹੋ ਸਿੱਖੇ। ਜੇ ਸੈਂਕੜੇ ਸਾਲ ਵੀ ਤੈਨੂੰ ਲੰਬੀ ਜ਼ਿੰਦਗੀ ਮਿਲ ਵੀ ਜਾਏ, ਸਪੋਜ਼ ਕਿ ਮਿਲ ਜਾਏ, ਤਾਂ ਫਿਰ ਵੀ ਮਰਨਾ ਤੇ ਪੈਣਾ ਹੈ ਨਾ, ਸदैवी ਤਾਂ ਫਿਰ ਵੀ ਨਹੀਂ ਹੈ। ਤਾਂ ਜਦੋਂ ਚਲੇ ਹੀ ਜਾਣਾ ਹੈ, ਮਰ ਹੀ ਜਾਣਾ ਹੈ, ਤਾਂ ਇੱਥੇ ਦੋ ਗੱਲਾਂ ਨੇ ਸਾਹਮਣੇ। ਇੱਕ ਤੇ ਅਸੀਂ ਜਿਉਂਦੇ ਨਾ ਮਰੀਏ, ਜਦੋਂ ਤੱਕ ਜ਼ਿੰਦਗੀ ਹੈ ਉਦੋਂ ਤੱਕ ਤਾਂ ਜੀਵੀਏ, ਆਤਮਿਕ ਜੀਵਨ ਜੀਵੀਏ, ਆਪਣੇ ਅੰਦਰੋਂ ਇਨਸਾਨੀਅਤ ਨਾ ਮਰਨ ਦਈਏ, ਆਪਣੀ ਜ਼ਮੀਰ ਨੂੰ ਨਾ ਮਰਨ ਦਈਏ, ਪਹਿਲੀ ਗੱਲ। ਤੇ ਦੂਜੇ ਨੰਬਰ ਤੇ ਜੋ ਅਸਾਂ ਜੀਣਾ ਹੈ, ਇੱਥੇ ਈਰਖਾ, ਦ્વੈਸ਼, ਵੈਰ ਵਿਰੋਧ ਕਿਉਂ, ਲੁੱਟ ਖਸੁੱਟ ਕਿਉਂ? ਪਿਆਰ ਨਾਲ ਜੀ ਲਓ, ਪਿਆਰ ਦੇ ਨਾਲ, ਇਮਾਨਦਾਰੀ ਦੇ ਨਾਲ ਚੰਗੀ ਜ਼ਿੰਦਗੀ ਜੀਵੋ, ਖੁਸ਼ੀ ਦੇ ਨਾਲ ਜੀਵੋ। ਕਿਉਂ ਕੁੜ-ਕੁੜ ਕੇ ਮਰਨਾ ਰੋਜ਼? ਕਿਉਂ ਲੜ-ਲੜ ਕੇ ਮਰਨਾ? ਕਿਉਂ ਚਿੰਤਾਵਾਂ ਦੇ ਵਿੱਚ ਪਰੇਸ਼ਾਨ ਹੋਣਾ? ਖੁਸ਼ੀ ਨਾਲ ਜ਼ਿੰਦਗੀ ਜੀਵੋ, ਖੁਸ਼ ਰਹੋ, ਪ੍ਰਸੰਨ ਰਹੋ, ਆਨੰਦ ਵਿੱਚ ਰਹੋ, ਚੜ੍ਹਦੀ ਕਲਾ ਵਿੱਚ ਰਹੋ, ਪਿਆਰ ਦੇ ਨਾਲ ਜੀਵੋ, ਸੱਚੀ ਜ਼ਿੰਦਗੀ ਜੀਵੋ ਔਰ ਆਤਮਿਕ ਜ਼ਿੰਦਗੀ ਜੀਵੋ। ਜ਼ਮੀਰ ਨੂੰ ਜਿੰਦਾ ਰੱਖੋ, ਆਪਣੇ ਅੰਦਰੋਂ ਇਨਸਾਨੀਅਤ ਨੂੰ ਨਾ ਮਰਨ ਦਿਓ। ਆਖਾਂ ਜੀਵਾਂ ਵਿਸਰਿਆ ਮਰ ਜਾਓ। ਜੇ ਰੱਬ ਨੂੰ ਵਿਸਾਰਾਂਗੇ, ਰੱਬੀ ਗੁਣਾਂ ਨੂੰ ਵਿਸਾਰਾਂਗੇ, ਮੌਤ ਹੋ ਜਾਏਗੀ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਪ੍ਰਭੂ, ਜੋ ਤੇਰੀ ਪ੍ਰੀਤ ਹੈ, ਸੱਚ ਤੋਂ ਇਲਾਵਾ
ਜਿੰਨਾ ਵੀ ਮੋਹ ਰੂਪ ਕੁਟੰਬ, ਜਿਹੜਾ ਮੋਹ ਦਾ ਮੈਂ ਖਲਾਰਾ ਖਿਲਾਰ ਰਿਹਾ, ਇਹ ਸਾਰਾ ਬਿਨਸਣ ਵਾਲਾ ਹੈ, ਨਾਸ਼ਮਾਨ ਹੈ। ਇਹ ਮੈਨੂੰ ਆਤਮਕ ਮੌਤ ਤੇ ਮਾਰਨ ਵਾਲਾ ਹੀ ਹੈ। ਇਥੋਂ ਮੈਨੂੰ ਆਤਮਕ ਜੀਵਨ ਨਹੀਂ ਮਿਲ ਸਕਦਾ। ਜੋ ਬਿਨ ਸੱਚੇ ਹੋਰਤ ਚਿਤ ਲਾਏ ਦੇ ਲਿਖਿਆ ਨਾ, ਲਾਏ ਦੇ, ਇਹਨੂੰ ਪੜਨਾ ਹੈ ਲਾਏ ਦੇ। ਸੇ ਕੂੜਿਆਰ ਕੂੜਾ ਤਿੰਨ ਮਾਣਾ। ਜੋ ਬਿਨ ਸੱਚੇ ਹੋਰਤ ਚਿਤ ਲਾਏ ਦੇ, ਸੇ ਕੂੜਿਆਰ ਕੂੜਾ ਤਿੰਨ ਮਾਣਾ। ਹੁਣ ਕੂੜਿਆਰ ਕੌਣ ਹੈ? ਜੋ ਸੱਚੇ ਹਰੀ ਤੋਂ ਬਿਨਾ ਹੋਰ ਕਿਰੇ ਆਪਣਾ ਮਨ ਜੋੜਦੇ ਨੇ। ਜੋ ਬਿਨ ਸੱਚੇ ਹੋਰਤ ਚਿਤ ਲਾਏਂਦੇ, ਕਿਤੇ ਹੋਰ ਆਪਣਾ ਚਿੱਤ ਲਾ ਲੈਂਦੇ ਨੇ। ਰੱਬੀ ਗੁਣਾਂ ਨੂੰ ਛੱਡ ਕੇ, ਸਤ ਸੰਤੋਖ ਦਇਆ ਧਰਮ ਨੂੰ ਛੱਡ ਕੇ, ਈਰਖਾ ਦਵੇਸ਼ ਵੈਰ ਵਿਰੋਧ ਵਿੱਚ ਜਿਹੜੇ ਚਿੱਤ ਲਾ ਲੈਂਦੇ ਨੇ। ਜਿਹੜੇ ਰੱਬੀ ਹੁਕਮ ਨੂੰ ਛੱਡ ਕੇ, ਰੱਬੀ ਰਜਾ ਭਾਣੇ ਨੂੰ ਛੱਡ ਕੇ, ਕਰਾਮਾਤਾਂ ਵਿੱਚ, ਜੰਤਰਾਂ ਮੰਤਰਾਂ ਵਿੱਚ ਚਿੱਤ ਲਾ ਲੈਂਦੇ ਨੇ। ਜੋ ਰੱਬੀ ਗੁਣਾਂ ਨੂੰ ਛੱਡ ਕੇ ਕਰਮ ਕਾਂਡਾਂ ਵਿੱਚ ਚਿੱਤ ਲਾਈ ਫਿਰਦੇ ਨੇ। ਸੰਸਾਰ ਦਾ ਤਿਆਗ, ਨੰਗੇ ਪੈਰੀ ਫਿਰੀ ਜਾਣਾ, ਤੀਰਥਾਂ ਤੇ ਨਹਾਈ ਜਾਣਾ, ਵਰਤਨ ਰਾਤੇ ਸਰਾਧ, ਜੋਤਸ਼ੀ ਬਾਬਿਆਂ ਦੇ ਚੱਕਰ ਵਿੱਚ ਪਈ ਜਾਣਾ। ਰੱਬ ਨੂੰ ਛੱਡ ਕੇ, ਰੱਬੀ ਗੁਣਾਂ ਨੂੰ ਛੱਡ ਕੇ ਜੋ ਹੋਰ ਕਿਤੇ ਆਪਣਾ ਚਿੱਤ ਲਾਉਂਦੇ ਨੇ, ਸੇ ਕੂੜਿਆਰ, ਉਹ ਕੂੜ ਦੇ ਵਪਾਰੀ ਨੇ। ਕੂੜਾ ਤੇ ਨਿਮਾਣਾ, ਤੇ ਉਹਨਾਂ ਦਾ ਇਹਨਾਂ ਚੀਜ਼ਾਂ ਦੇ ਉੱਤੇ ਮਾਣ ਕਰਨਾ ਵੀ ਝੂਠਾ ਹੈ। ਉਹ ਕੂੜ ਦੇ ਵਪਾਰੀ ਨੇ ਤੇ ਮਾਣ ਕਰਨਾ ਵੀ ਝੂਠਾ ਹੈ। ਔਰ ਇਹ ਹਕੀਕਤ ਹੈ। ਜੇ ਅਸੀਂ ਇਮਾਨਦਾਰੀ ਨਾਲ ਵਿਚਾਰੀਏ ਨਾ, ਹੁਣ ਕਈ ਲੋਕ ਕਹਿੰਦੇ ਨੇ ਜੀ ਫਲਾਂ ਬਾਬੇ ਦੇ ਵਰ ਦੇ ਨਾਲ ਇਹ ਹੋ ਗਿਆ, ਉਹ ਹੋ ਗਿਆ, ਤਾਂ ਮੇਰਾ ਕੋਈ ਵਿਰੋਧ ਨਹੀਂ ਹੈ। ਪਰ ਗੁਰੂ ਜੀ ਕਹਿ ਰਹੇ ਨੇ ਇਹ ਮਾਣ ਹੀ ਝੂਠਾ ਹੈ, ਕਿਉਂਕਿ ਉਹ ਕੂੜ ਦਾ ਵਪਾਰੀ ਹੈ ਤੇ ਕੂੜ ਮਾਣ ਵੀ ਝੂਠਾ ਹੈ ਨਾ। ਹੁਣ ਜੇ ਇਸ ਚੀਜ਼ ਦੇ ਉੱਤੇ ਮਾਣ ਹੈ ਕਿਸੇ ਨੂੰ ਕਿ ਸਾਡਾ ਬਾਬਾ ਜਾਂ ਸਾਡਾ ਕੋਈ ਜੋਤਸ਼ੀ ਜਾਂ ਸਾਡਾ ਕੋਈ ਪੀਰ ਜਾਂ ਕਬਰ ਜਾਂ ਮੰਤਰ ਜੰਤਰ ਕੋਈ ਕਰਾਮਾਤ ਕਰ ਸਕਦਾ ਹੈ, ਉਹਦੇ ਵਿੱਚ ਸ਼ਕਤੀ ਹੈ, ਤਾਂ ਹੁਣ ਆ ਫਿਰ ਕਰੋਨਾ ਨੂੰ ਖਤਮ ਕਰ ਦੇਣ। ਤਾਂ ਜੇ ਨਹੀਂ ਹੁੰਦਾ ਫਿਰ ਮਾਨ ਝੂਠਾ ਹੀ ਹੋਇਆ ਨਾ। ਦੂਜੀ ਗੱਲ, ਰੱਬੀ ਰਜਾ ਤੋਂ ਉਲਟ ਕੀ ਕੋਈ ਦੁਨੀਆ ਦਾ ਬੰਦਾ ਕਰ ਸਕਦਾ ਹੈ? ਦੇਖੋ, ਕੋਈ ਸਾਇੰਟਿਸਟ ਵੀ ਹੋਵੇ, ਕੋਈ ਧਾਰਮਿਕ ਬੰਦਾ ਹੋਵੇ, ਜਿੰਨੀ ਮਰਜ਼ੀ ਵੱਡੀ ਕੋਈ ਹਸਤੀ ਹੋਵੇ, ਚਾਹੇ ਉਹ ਰਾਜਨੀਤਿਕ ਲੀਡਰ ਹੋਵੇ, ਕੋਈ ਅਮੀਰ ਹੋਵੇ, ਕੋਈ ਸਾਇੰਟਿਸਟ ਹੋਵੇ, ਕੋਈ ਧਰਮੀ ਪੁਰਸ਼ ਹੋਵੇ, ਕੀ ਕੁਦਰਤ ਦੇ ਨਿਯਮਾਂ ਤੋਂ ਉਲਟ ਬੰਦਾ ਕੁਝ ਕਰ ਸਕਦਾ ਹੈ? ਜਿਵੇਂ ਮੈਂ ਰੋਜ਼ ਬੇਨਤੀ ਕਰ ਰਿਹਾ ਕਿ ਕੋਈ ਆਕਸੀਜਨ ਦੀ ਬਜਾਏ ਕਾਰਬਨ ਮੋਨੋਆਕਸਾਈਡ ਨਾਲ ਜਿੰਦਾ ਰਹਿ ਸਕਦਾ ਹੈ? ਨਹੀਂ ਰਹਿ ਸਕਦਾ। ਤੇ ਜੇ ਕੋਈ ਕਹੇ ਹਾਂ ਰਹਿ ਸਕਦਾ, ਤੇ ਉਹ ਕੂੜ ਦਾ ਵਪਾਰੀ ਹੈ ਨਾ, ਉਹਦਾ ਕੂੜਾ ਹੀ ਮਾਣ ਹੈ। ਜਦੋਂ ਪ੍ਰੈਕਟੀਕਲ ਕਰੋਗੇ ਤੇ ਨਹੀਂ ਰਿਹਾ ਜਾਣਾ। ਇਸ ਲਈ ਰੱਬੀ ਰਜਾ ਤੋਂ ਬਾਹਰ ਇਸ ਦੁਨੀਆ ਵਿੱਚ ਕੁਝ ਨਹੀਂ ਹੋ ਸਕਦਾ। ਹੁਕਮ ਰਜ਼ਾਈ ਚੱਲਣਾ ਹੀ ਇੱਕ ਸੱਚਾ ਮਾਰਗ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ। ਤੇ ਜਿਹੜਾ ਇਸ ਗੱਲ ਨੂੰ ਬੁੱਝ ਲਏਗਾ, ਜਾਣ ਲਏਗਾ, ਨਾਨਕ ਹੁਕਮੇ ਜੇ ਬੁੱਝੈ ਤਾਂ ਹਉਮੈ ਕਹਿਣਾ ਕੋਏ। ਜੇ ਕੋਈ ਇਸ ਗੱਲ ਨੂੰ ਬੁੱਝ ਲਵੇ ਤਾਂ ਉਹ ਮੈਂ ਨਹੀਂ ਕਹੇਗਾ ਕਿ ਮੈਂ ਹੁਕਮ ਤੋਂ ਬਾਹਰ ਕੁਝ ਕਰ ਸਕਣਾ। ਉਹ ਐਸੀ ਗੱਲ ਕਹੇਗਾ ਹੀ ਨਹੀਂ, ਸੋਚੇਗਾ ਹੀ ਨਹੀਂ। ਇਸ ਲਈ ਜੋ ਬਿਨ ਸੱਚੇ ਹੋਰਤ ਚਿਤ ਲਾਏਂਦੇ, ਕਿ ਜੋ ਸੱਚੇ ਪ੍ਰਭੂ ਨੂੰ ਛੱਡ ਕੇ, ਸੱਚੇ ਪ੍ਰਭੂ ਦੀ ਪ੍ਰੀਤ ਨੂੰ ਛੱਡ ਕੇ, ਸੱਚੇ ਪ੍ਰਭੂ ਦੀ ਰਜਾ ਭਾਣੇ ਨੂੰ ਛੱਡ ਕੇ, ਗੁਣਾਂ ਨੂੰ ਛੱਡ ਕੇ ਕਿਤੇ ਹੋਰ ਚਿੱਤ ਲਾ ਲੈਂਦੇ ਨੇ, ਹੋਰ ਕੁਝ ਸੋਚਦੇ ਨੇ ਵਿਸ਼ੇ ਵਿਕਾਰਾਂ ਦੀ ਗੱਲ, ਉਹ ਕੂੜ ਦੇ ਵਪਾਰੀ ਨੇ। ਔਰ ਇਸ ਕੂੜ ਦੇ ਉੱਤੇ ਉਹਨਾਂ ਦਾ ਮਾਣ ਵੀ ਕੂੜਾ ਹੈ, ਕਿਉਂਕਿ ਉਹ ਸੱਚ ਦੀ ਕਸੌਟੀ ਤੇ ਪੂਰਾ ਨਹੀਂ ਉਤਰਦਾ। ਇਸ ਲਈ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਰਨਾ ਕੀ ਹੈ। ਨਾਨਕ, ਇੱਥੇ ਥੋੜਾ ਜਿਹਾ ਰੁਕ ਜਾਣਾ ਹੈ, ਵਿਸ਼ਰਾਮ ਲਗਾਣਾ ਹੈ। ਨਾਨਕ ਸੱਚ ਧਿਆਏ ਤੂੰ, ਬਿਨ ਸੱਚੇ ਪਚ ਪਚ ਮੂਏ ਅਜਾਣਾ। ਪਚ ਪਚ ਦਾ ਮਤਲਬ ਸੜ ਸੜ ਕੇ, ਅਜਾਣਾ ਦਾ ਮਤਲਬ ਅਣਜਾਣ, ਬੇਸਮਝ। ਹੇ ਨਾਨਕ, ਤੂੰ ਸੱਚੇ ਪ੍ਰਭੂ ਨੂੰ ਧਿਆ, ਆਪਣੇ ਧਿਆਨ ਦੇ ਵਿੱਚ ਵਸਾ, ਆਪਣੀ ਸੋਚ ਦੇ ਅੰਦਰ ਵਸਾ। ਸੱਚ ਨੂੰ, ਰੱਬੀ ਗੁਣਾਂ ਨੂੰ, ਰੱਬ ਦੇ ਪਿਆਰ ਨੂੰ, ਰੱਬ ਦੀ ਰਜ਼ਾ ਨੂੰ, ਰੱਬ ਦੇ ਭਾਣੇ ਨੂੰ ਕੋਈ ਵੀ ਸ਼ਬਦ ਆਪ ਵਰਤ ਸਕਦੇ ਹੋ। ਕਿਉਂਕਿ ਬਿਨ ਸੱਚੇ ਪਚਪਚ ਮੂਏ ਅਜਾਣਾ, ਸੱਚੇ ਤੋਂ ਟੁੱਟ ਕੇ, ਸੱਚੇ ਨਿਯਮ ਤੋਂ, ਸੱਚੇ ਹੁਕਮ ਤੋਂ, ਸੱਚੇ ਪ੍ਰਭੂ ਤੋਂ ਟੁੱਟ ਕੇ ਜੋ ਅਣਜਾਣ ਲੋਕ ਨੇ, ਪਚ ਮੂਏ, ਮੂਏ ਦਾ ਮਤਲਬ ਆਤਮਕ ਮੌਤ ਤੇ ਮਰ ਗਏ, ਪਚ ਦਾ ਮਤਲਬ ਖਪ ਖਪ ਕੇ। ਉਹਨਾਂ ਨੇ ਆਤਮਕ ਮੌਤ ਸਹਿੜ ਲਈ ਦੁਖੀ ਹੋ ਕੇ ਜੀਵਨ ਗੁਜ਼ਾਰਿਆ ਤੇ ਆਤਮਕ ਮੌਤ ਤੇ ਵੀ ਮਰ ਗਏ।
ਹੁਣ ਇਹ ਗੱਲ ਨੂੰ ਅਸੀਂ ਸਮਝੀਏ ਕਿ ਸੱਚ ਨੂੰ ਜੇ ਬੰਦਾ ਛੱਡ ਦੇਵੇ, ਦੇਖੋ ਸੱਚ ਨੂੰ ਬੰਦਾ ਛੱਡਦਾ ਹੈ, ਮਨ ਬਚਨ ਕਰਮ ਕਰਕੇ ਸੱਚਾ ਨਾ ਹੋਵੇ, ਸੋਚ ਸੱਚੀ ਨਾ ਹੋਏ, ਬੋਲ ਸੱਚੇ ਨਾ ਹੋਣ, ਵਿਹਾਰ ਸੱਚੇ ਨਾ ਹੋਣ, ਤਾਂ ਬੰਦਾ ਆਤਮਿਕ ਮੌਤ ਤੇ ਮਰ ਜਾਏਗਾ। ਰਿਸ਼ਵਤ ਜੇ ਕੋਈ ਬੰਦਾ ਲੈਂਦਾ ਤੇ ਉਹਦੇ ਅੰਦਰੋਂ ਇਨਸਾਨੀਅਤ ਮਰੇਗੀ, ਤਾਂ ਹੀ ਰਿਸ਼ਵਤ ਲਏਗਾ ਨਾ। ਔਰ ਰਿਸ਼ਵਤ ਲੈ ਕੇ ਚੋਰ ਬਜ਼ਾਰੀ 2 ਨੰਬਰ ਦੇ ਧੰਦੇ ਕਰਕੇ ਜੇ ਕੋਈ ਕਹੇ ਕਿ ਮੈਂ ਵਰਤ ਰੱਖ ਲਵਾਂ ਤੇ ਮੈਂ ਧਰਮੀ ਬਣ ਜਾਵਾਂ, ਤੀਰਥਾਂ ਤੇ ਇਸ਼ਨਾਨ ਕਰ ਲਵਾਂ ਤੇ ਸਮਾਜ ਵਿੱਚ ਦਾ ਭਲਾ ਹੋ ਜਾਏ, ਐਵੇਂ ਤੇ ਕਦੇ ਹੋਣਾ ਨਹੀਂ। ਬੰਦਾ ਠੱਗੀਆਂ ਮਾਰੀ ਜਾਏ, ਬੇਈਮਾਨੀਆਂ ਕਰੀ ਜਾਏ ਤੇ ਬਾਅਦ ਦੇ ਵਿੱਚ ਕਵੇ ਮੈਂ ਤੇ ਤੀਰਥਾਂ ਤੇ ਨਾ ਆਇਆ, ਤਾਂ ਗੁਰੂ ਸਾਹਿਬ ਕਹਿੰਦੇ ਨੇ ਤੂੰ ਹੋਰ ਭਾਰ ਚੁੱਕ ਲਿਆ। ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਪਾ ਲੱਥੀ ਨਾਤਿਆਂ, ਦੋਇ ਪਾ ਚੜੀਐਸ ਹੋਰ, ਬਾਹਰ ਧੋਤੀ ਤੂੰਬੜੀ, ਅੰਦਰ ਵਿਸ਼ ਨਿਕੋਰ, ਸਾਧ ਪੱਲੇ ਨਾਤਿਆਂ, ਚੋਰ ਸੇ ਚੋਰਾ ਚੋਰ। ਤਾਂ ਸੱਚ ਨੂੰ ਛੱਡ ਕੇ ਆਮ ਬੰਦਾ ਵਿਕਾਰਾਂ ਦੇ ਅੰਦਰ ਖੱਪ ਖੱਪ ਕੇ ਦੁਖੀ ਹੁੰਦਾ ਹੈ ਔਰ ਆਤਮਕ ਮੌਤ ਤੇ ਮਰ ਜਾਂਦਾ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ, ਹੇ ਮਨ ਤੂੰ ਸੱਚ ਨੂੰ ਯਾਦ ਰੱਖ, ਸੱਚ ਨੂੰ ਆਪਣੇ ਮਨ ਵਿੱਚ ਵਸਾ, ਮਨ ਬਚਨ ਕਰਮ ਕਰਕੇ ਸੱਚ ਦੇ ਨਾਲ ਜੁੜ, ਸੱਚ ਤੋਂ ਟੁੱਟ ਕੇ, ਪ੍ਰਭੂ ਤੋਂ ਟੁੱਟ ਕੇ, ਰੱਬੀ ਰਜਾ ਤੋਂ ਟੁੱਟ ਕੇ ਹੋਰ ਬਹੁਤ ਸਾਰੇ ਪਾਪ ਵਿਕਾਰ ਕਰ ਕਰਕੇ ਲੋਕ ਦੁਖੀ ਹੁੰਦੇ, ਸੜਦੇ ਖੱਪਦੇ ਰਹਿੰਦੇ ਨੇ ਔਰ ਆਤਮਕ ਮੌਤ ਤੇ ਮਰ ਜਾਂਦੇ ਨੇ। ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ ਜੀ। ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਉਹ ਅਨਮਿਊਟ ਹੋ ਜਾਓ, ਆਪ ਸਵਾਲ ਕਰ ਸਕਦੇ ਹੋ। ਅੱਜ ਦੀ ਜੋ ਵਿਚਾਰ ਕੀਤੀ ਇਹਦੇ ਪ੍ਰਥਾ ਹੈ, ਜੇ ਕਿਸੇ ਵੀਰ ਭੈਣ ਨੇ ਆਪਣੇ ਵਿਚਾਰ ਦੇਣੇ ਨੇ ਤੇ ਉਹ ਆਪਣਾ ਵਿਚਾਰ ਵੀ ਦੇ ਸਕਦੇ ਨੇ। ਤੇ ਜੋ ਵੀਰ ਭੈਣਾਂ ਫੇਸਬੁੱਕ ਤੇ ਸਰਵਣ ਕਰ ਰਹੇ ਨੇ, ਗੁਰਮੀਤ ਸਿੰਘ ਜੀ, ਭਾਗ ਸਿੰਘ ਜੀ ਤੇ ਈਸ਼ਵੀਰ ਸਿੰਘ ਜੀ ਤੇ ਹੋਰ ਵੀਰ ਭੈਣਾਂ, ਉਹਨਾਂ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ